ਅੱਜ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ ਹੈ ਉਹ ਹੈਗਾ ਟਾਈਪਸ ਆਫ ਰਿਲੇਸ਼ਨਸ। ਤਾਂ ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ 'ਚ ਪਹਿਲਾ ਰਿਲੇਸ਼ਨ ਹੈ, ਪਹਿਲੀ ਟਾਈਪ ਹੈ ਰਿਲੇਸ਼ਨ ਦੀ ਵੋਇਡ ਰਿਲੇਸ਼ਨ। ਵੋਇਡ ਰਿਲੇਸ਼ਨ ਜਾਂ ਐਮਪਟੀ ਰਿਲੇਸ਼ਨ ਵੀ ਆਪਾਂ ਕਹਿੰਦੇ ਹਾਂ, ਖਾਲੀ। ਠੀਕ ਹੈ ਕਿ ਨਹੀਂ? ਇਹਦੀ ਡੈਫੀਨੇਸ਼ਨ ਕੀ ਹੈ? ਲੈਟ ਏ ਬੀ ਅ ਸੈਟ। ਏ ਕੋਈ ਸੈੱਟ ਹੈ ਤਾਂ ਏ ਕ੍ਰਾਸ ਏ ਕਾਰਟੀਜ਼ਨ ਪ੍ਰੋਡਕਟ ਹੋਏਗਾ ਏ ਦਾ ਏ ਨਾਲ। ਤੇ ਅਸੀਂ ਜਾਣਦੇ ਹਾਂ ਫਾਈ ਸੈੱਟ ਜਿਹੜਾ ਐਮਪਟੀ ਸੈੱਟ ਹੁੰਦਾ ਉਹ ਸਾਰਿਆਂ ਦਾ ਹੀ ਸਬਸੈਟ ਹੁੰਦਾ। ਤਾਂ ਫਾਈ ਇਜ਼ ਅ ਸਬਸੈਟ ਆਫ ਏ ਕ੍ਰਾਸ ਏ, ਸੋ ਇਟ ਇਜ਼ ਅ ਰਿਲੇਸ਼ਨ। ਉਹਨੇ ਅਸੀਂ ਕੱਲ ਗੱਲ ਕੀਤੀ ਸੀਗੀ ਵੀ ਰਿਲੇਸ਼ਨ ਕੀ ਹੁੰਦਾ? ਏ ਕ੍ਰਾਸ ਏ ਦਾ ਸਬਸੈਟ ਹੁੰਦਾ। ਤਾਂ ਫਾਈ ਵੀ ਏ ਕ੍ਰਾਸ ਏ ਦਾ ਸਬਸੈਟ ਹੈ, ਇਹਦਾ ਮਤਲਬ ਫਾਈ ਵੀ ਕੀ ਹੋਏਗਾ? ਰਿਲੇਸ਼ਨ ਹੋਏਗਾ ਇੱਕ। ਦਿਸ ਰਿਲੇਸ਼ਨ ਇਜ਼ ਕਾਲਡ void or empty relation on set A. In other words, a relation on set A is called void or empty relation if no element of A is related to any element of A. ਜੇ A ਦਾ ਕੋਈ ਵੀ ਐਲੀਮੈਂਟ A ਦੇ ਕਿਸੇ ਦੂਸਰੇ ਐਲੀਮੈਂਟ ਨਾਲ ਰਿਲੇਟ ਨਹੀਂ ਹੋ ਰਿਹਾ ਤਾਂ ਜਦੋਂ ਅਸੀਂ ਇਹ ਰਿਲੇਸ਼ਨ ਨੂੰ ਲਿਸਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਆਏਗਾ। ਠੀਕ ਹੈ ਕਿ ਨਹੀਂ? ਤਾਂ ਅਸੀਂ ਇਹਨੂੰ ਫਿਰ ਕਹਿ ਸਕਦੇ ਹਾਂ ਵੀ ਇਹ ਕੀ ਹੈ? ਵੋਇਡ ਰਿਲੇਸ਼ਨ ਹੈ। ਜਿਵੇਂ ਇੱਕ ਐਗਜ਼ਾਮਪਲ ਆਪਾਂ ਲਈ ਹੈ ਹੇਠਾਂ, ਇੱਕ ਅਸੀਂ ਰਿਲੇਸ਼ਨ ਆਰ ਇਹਦੇ 'ਚ ਅਸੀਂ ਡਿਫਾਈਨ ਕਰ ਰਹੇ ਹਾਂ ਸੈੱਟ ਏ ਦੇ ਉੱਤੇ। ਸੈੱਟ ਏ ਕੀ ਹੈ? 1 2 3 4 5 6। ਆਰ ਰਿਲੇਸ਼ਨ ਕੀ ਕਹਿੰਦਾ ਹੈ ਵੀ ਇਹਦੇ 'ਚ ਇਹੋ ਜਿਹੇ ਆਰਡਰਡ ਪੇਅਰ ਲਓ ਏ ਬੀ ਜਿਨ੍ਹਾਂ ਦੇ ਵਿੱਚ ਏ ਤੇ ਬੀ ਦਾ ਡਿਫਰੈਂਸ ਹੈ ਜਿਹੜਾ ਉਹ 12 ਹੋਵੇ। ਏ ਤੇ ਬੀ ਕਿੱਥੋਂ ਲੈਣੇ ਅਸੀਂ? ਸੈੱਟ ਏ ਤੋਂ, ਕਿਉਂਕਿ ਇਹ ਜਿਹੜਾ ਰਿਲੇਸ਼ਨ ਆਰ ਹੈ ਕਿਹੜੇ ਸੈੱਟ ਦੇ ਉੱਤੇ ਹੈ? ਏ ਸੈੱਟ ਦੇ ਉੱਤੇ। ਤਾਂ ਇਹਦਾ ਮਤਲਬ ਏ ਤੇ ਬੀ ਦੀਆਂ ਜਿਹੜੀਆਂ ਵੈਲਿਊਜ਼ ਲੈਣੀਆਂ ਅਸੀਂ ਏ ਚੋਂ ਲੈਣੀਆਂ। ਏ ਵੀ ਏ ਚੋਂ ਲੈਣਾ ਹੈ, ਬੀ ਵੀ ਏ ਚੋਂ ਹੀ ਲੈਣਾ। ਤਾਂ ਇਹਦੇ ਤੁਸੀਂ ਦੇਖੋ ਕੋਈ ਵੀ ਇਹੋ ਜਿਹੇ ਦੋ ਐਲੀਮੈਂਟ ਨਹੀਂ ਜਿਨ੍ਹਾਂ ਦਾ ਡਿਫਰੈਂਸ ਜੇ ਅਸੀਂ ਕਰੀਏ ਤਾਂ 12 ਆਵੇ। ਇਹ 'ਚ ਵੱਡੇ ਤੋਂ ਵੱਡਾ ਐਲੀਮੈਂਟ 6 ਹੈ, ਛੋਟੇ ਤੋਂ ਛੋਟਾ ਐਲੀਮੈਂਟ 1 ਹੈ। 6 ਚੋਂ ਜੇ ਅਸੀਂ 1 ਮਾਈਨਸ ਕਰਾਂਗੇ ਤਾਂ 5 ਆਏਗਾ। ਤਾਂ ਡਿਫਰੈਂਸ ਜਿਹੜਾ ਵੱਧ ਤੋਂ ਵੱਧ 5 ਆ ਸਕਦਾ ਸੀਗਾ। 12 ਤੱਕ ਨਹੀਂ ਕਿਸੇ ਵੀ ਦੋ ਐਲੀਮੈਂਟਸ ਦਾ ਡਿਫਰੈਂਸ ਨਹੀਂ ਹੈਗਾ। ਤਾਂ ਅਸੀਂ ਕੀ ਕਹਿ ਸਕਦੇ ਹਾਂ? ਵੀ ਸੀ ਦੈਟ a minus b is not equal to 12 for any two elements of A. ਇਹਨਾਂ ਲਫ਼ਜ਼ਾਂ ਵੱਲ ਨਹੀਂ ਖਿਆਲ ਰੱਖਣਾ ਕਰੋ ਕੀ ਲਿਖਿਆ ਹੋਇਆ? for any two elements, ਕਿਸੇ ਵੀ ਦੋ ਐਲੀਮੈਂਟਸ ਵਾਸਤੇ। ਕਿਸੇ ਵੀ ਦੋ A B ਇਹੋ ਜਿਹੇ ਹੈ ਨਹੀਂ ਕਿ ਸਾਡੇ ਕੋਲ ਕੋਈ ਵੀ ਦੋ A ਤੇ B ਇਹੋ ਜਿਹੀਆਂ ਵੈਲਿਊਜ਼ ਨਹੀਂ ਲੈ ਸਕਦੇ ਜਿਨ੍ਹਾਂ ਦਾ ਡਿਫਰੈਂਸ ਕਰੇ ਤੋਂ 12 ਆਵੇ ਇਸ ਸੈੱਟ ਦੇ ਵਿੱਚੋਂ। ਇਹਦਾ ਮਤਲਬ AB does not belongs to R for any AB belongs to A B ਕੋਈ ਵੀ ਇਹੋ ਜਿਹੇ ਦੋ A B ਵਾਸਤੇ A B belongs to R ਨਹੀਂ ਆਏਗਾ। ਸੋ R does not contain any element of A cross A. R ਦੇ ਵਿੱਚ ਫਿਰ A cross A ਦਾ ਕੋਈ ਵੀ ਐਲੀਮੈਂਟ ਨਹੀਂ ਆਏਗਾ। ਇਹਦਾ ਮਤਲਬ R ਕੀ ਹੋਏਗਾ? ਐਮਪਟੀ ਸੈੱਟ ਹੋਏਗਾ। ਤੇ ਜੇ R ਐਮਪਟੀ ਸੈੱਟ ਹੈ ਤਾਂ R is called void relation। ਠੀਕ ਹੈ ਨਾ? on A। ਨੈਕਸਟ ਹੈ ਸਾਡੇ ਕੋਲੇ ਯੂਨੀਵਰਸਲ ਰਿਲੇਸ਼ਨ। ਲੈਟ A be a set and A cross A is a subset। ਹਰ ਇੱਕ ਸੈੱਟ ਆਪਦੇ ਆਪ ਦਾ ਸਬਸੈਟ ਹੁੰਦਾ ਹੈ, ਸਾਨੂੰ ਪਤਾ ਹੈ ਨਾ? ਇਹਦਾ ਮਤਲਬ A cross A ਆਪਦੇ ਆਪ ਦਾ ਸਬਸੈਟ ਹੋਏਗਾ। ਸੋ ਇਟ ਇਜ਼ ਰਿਲੇਸ਼ਨ। ਇਸ ਕਰਕੇ ਇਹਨੂੰ ਵੀ ਅਸੀਂ ਰਿਲੇਸ਼ਨ ਕਹਿ ਸਕਦੇ ਹਾਂ। ਯਾਨੀ ਇੱਕ ਇਹੋ ਜਿਹਾ ਰਿਲੇਸ਼ਨ ਜਿਹਦੇ 'ਚ A cross A ਦੇ ਸਾਰੇ ਐਲੀਮੈਂਟਸ ਆ ਜਾਣ ਤਾਂ ਉਹਨੂੰ ਅਸੀਂ ਯੂਨੀਵਰਸਲ ਸੈੱਟ ਕਹਿੰਦੇ ਹਾਂ। ਦਿਸ ਰਿਲੇਸ਼ਨ ਇਜ਼ ਕਾਲਡ ਯੂਨੀਵਰਸਲ ਰਿਲੇਸ਼ਨ ਔਨ ਸੈੱਟ A। ਇਨ ਅਦਰ ਵਰਡਸ, a relation on set A is called a universal relation if every element of A is related to every element of A। यानी A ਦਾ ਹਰੇਕ ਐਲੀਮੈਂਟ A ਦੇ ਸਾਰੇ ਐਲੀਮੈਂਟਸ ਨਾਲ ਰਿਲੇਟ ਹੋ ਰਿਹਾ ਹੈ। ਹਰੇਕ ਐਲੀਮੈਂਟ ਨਾਲ ਰਿਲੇਟ ਹੋ ਰਿਹਾ। ਯਾਨੀ A ਕ੍ਰਾਸ A ਦੇ ਸਾਰੇ ਐਲੀਮੈਂਟਸ ਜਿਹੜੇ ਹੈਗੇ ਆ ਉਸ ਰਿਲੇਸ਼ਨ ਦੇ ਵਿੱਚ ਆ ਰਹੇ ਤਾਂ ਉਹਨੂੰ ਅਸੀਂ ਯੂਨੀਵਰਸਲ ਰਿਲੇਸ਼ਨ ਕਹਿੰਦੇ। ਯਾਨੀ ਹੁਣ ਜਿਵੇਂ ਦੇਖੋ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ। ਲੈਟ ਦ ਰਿਲੇਸ਼ਨ ਔਨ ਸੈਟ A ਕੀ ਹੈ? 2 4 6 8 is defined by x r equals to AB। ਕਿਹੋ ਜਿਹੇ AB ਹੈ? A minus B ਦਾ ਜੇ ਅਸੀਂ ਮੋਡੂਲਸ ਕੱਢੀਏ ਗ੍ਰੇਟਰ ਦੈਨ ਇਕੁਅਲ ਟੂ 0 ਗ੍ਰੇਟਰ ਦੈਨ ਇਕੁਅਲ ਟੂ 0 ਆ ਤਾਂ ਕੋਈ ਵੀ ਦੋ ਨੰਬਰਸ ਨੂੰ ਜਦੋਂ ਤੁਸੀਂ ਮਾਈਨਸ ਕਰਕੇ ਉਹਦਾ ਮੋਡੂਲਸ ਲਿਆਓਗੇ ਤਾਂ ਪੋਜ਼ਿਟਿਵ ਨੰਬਰ ਆਏਗਾ, ਸਾਨੂੰ ਪਤਾ, ਜਾਂ ਜ਼ਿਆਦਾ ਤੋਂ ਜ਼ਿਆਦਾ 0 ਆਏਗਾ। ਠੀਕ ਹੈ ਕਿ ਨਹੀਂ? ਜੇ ਇੱਥੇ ਆਪਾਂ 2 2 ਹੀ ਲੈ ਲਈਏ ਦੋਨੇ ਤਾਂ 2 ਚੋਂ 2 ਮਾਈਨਸ ਕਰਾਂਗੇ ਤਾਂ 0 ਆਏਗਾ। 2 ਚੋਂ ਜੇ ਅਸੀਂ 4 ਮਾਈਨਸ ਕਰਾਂਗੇ -2 ਆਏਗਾ, ਪਰ ਜਦੋਂ ਅਸੀਂ ਉਹਦਾ ਮੋਡੂਲਸ ਲੈ ਲਾਂਗੇ ਤਾਂ ਗ੍ਰੇਟਰ ਦੈਨ 0 ਪੋਜ਼ਿਟਿਵ ਹੋ ਜਾਣਾ। ਤਾਂ ਇਹਦਾ ਮਤਲਬ ਕੀ ਹੋਏਗਾ ਵੀ ਇਹਦੇ ਵਿੱਚ ਸਾਰੇ ਐਲੀਮੈਂਟ, ਇਹਦੇ ਸਾਰੇ ਐਲੀਮੈਂਟ ਹੀ ਇੱਕ ਦੂਜੇ ਨਾਲ ਰਿਲੇਟ ਹੋ ਜਾਣਗੇ।
ਠੀਕ ਹੈ ਜੀ, ਇੱਕ ਦੂਜੇ ਨਾਲ ਰਿਲੇਸ਼ਨ ਆਹ ਵਾਲਾ ਬਣਾ ਲੈਣਗੇ, ਆਹ ਰਿਲੇਸ਼ਨ ਸਾਰਿਆਂ ਦੇ ਵਿੱਚ ਆ ਜਾਏਗਾ। ਵੀ ਸੀ ਦੈਟ a minus b modulus of a minus b is greater than equal to 0 for all। ਇੱਥੇ ਲਿਖਿਆ ਹੋਇਆ for all, ਸਾਰਿਆਂ ਵਾਸਤੇ, ਸਾਰੇ a b ਵਾਸਤੇ belongs to a, ਇਹਦਾ ਮਤਲਬ a b belongs to r for all a b belongs to a cross a। ਜਿੰਨੇ ਵੀ a cross a ਦੇ ਵਿੱਚ ਐਲੀਮੈਂਟ ਆ ਉਹ ਸਾਰੇ ਦੇ ਸਾਰੇ r ਦੇ ਵਿੱਚ ਹੋਣਗੇ, ਠੀਕ ਹੈ ਕਿ each element of a is related to every element of a, ਹਰੇਕ ਐਲੀਮੈਂਟ ਹਰੇਕ ਐਲੀਮੈਂਟ ਨਾਲ ਰਿਲੇਟ ਕੀਤਾ ਹੋਇਆ। ਇਹਦਾ ਮਤਲਬ r ਦੀ ਜਿਹੜੀ ਵੈਲਿਊ ਕਾਹਦੇ ਇਕੁਅਲ ਆ ਜੂਗੀ, a cross a ਦੇ ਇਕੁਅਲ ਆ ਜੂਗੀ। therefore r is a universal relation on set a। ਆ ਜਿਹੜੇ ਦੋ ਰਿਲੇਸ਼ਨ ਅਸੀਂ ਉੱਤੇ ਡਿਸਕਸ ਕੀਤੇ ਆ, void relation and universal relation on set a are respectively smallest and the greatest relation, largest relation on a। ਸਭ ਤੋਂ ਛੋਟਾ ਤੇ ਸਭ ਤੋਂ ਵੱਡਾ ਰਿਲੇਸ਼ਨ ਹੁੰਦਾ ਸੈੱਟ ਦੇ ਵਿੱਚ। these relations are sometime called trivial relations। ਇਹਨਾਂ ਨੂੰ ਅਸੀਂ trivial relations ਵੀ ਕਹਿੰਦੇ ਆ। ਤੁਹਾਨੂੰ ਕੋਈ ਪੁੱਛ ਲੇ ਵੀ trivial relation ਕੀ ਹੁੰਦੇ ਆ, ਤਾਂ trivial relation ਦੇ ਵਿੱਚ void relation ਤੇ universal relation ਦੋਹਾਂ ਨੂੰ ਅਸੀਂ ਡਿਸਕਸ ਕਰ ਸਕਦੇ ਹਾਂ। ਅੱਗੇ ਆ ਗਿਆ ਆਈਡੈਂਟੀਟੀ ਰਿਲੇਸ਼ਨ। let a be a set then relation ia equals to aa, ਯਾਨੀ for all, ਆ ਜਿਹੜਾ ਨਿਸ਼ਾਨ ਬਣਿਆ ਹੋਇਆ ਹੈ ਇਹ for all ਦਾ ਨਿਸ਼ਾਨ ਹੈ। ਇਹ ਕਾਹਦਾ ਨਿਸ਼ਾਨ ਹੈ, for all। for all ਲਿਖਣ ਦੀ ਥਾਂ ਤੇ ਅਸੀਂ ਆਹ ਵਾਲਾ ਨਿਸ਼ਾਨ ਬਣਾ ਦਿੰਦੇ for all a belongs to a, ਯਾਨੀ a ਦੇ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਦੇ ਵਿੱਚ ਹਰੇਕ a ਆਪਦੇ ਆਪ ਨਾਲ ਰਿਲੇਟਡ ਹੈ, ਠੀਕ ਹੈ ਨਾ। ਹਰੇਕ a ਕੀ ਹੈ, ਆਪਦੇ ਆਪ ਨਾਲ ਰਿਲੇਟਡ ਹੈ। ਮੰਨ ਲਓ a ਦੇ ਵਿੱਚ ਆਹੀ ਸਾਡੇ ਕੋਲ ਐਲੀਮੈਂਟ ਹੁੰਦੇ 2 4 6 8, ਤਾਂ 2 ਦਾ 2 ਨਾਲ, 4 ਦਾ 4 ਨਾਲ, 6 ਦਾ 6 ਨਾਲ, 8 ਦਾ 8 ਨਾਲ ਰਿਲੇਸ਼ਨ ਹੋਵੇ ਤੇ ਇਹ ਤੋਂ ਬਿਨਾ ਹੋਰ ਕੋਈ ਇਹਦੇ ਵਿੱਚ ਐਲੀਮੈਂਟ ਨਾ ਹੋਵੇ ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਆਈਡੈਂਟੀਟੀ ਰਿਲੇਸ਼ਨ ਕਹਿੰਦੇ ਆ। on a is called identity relation on a। in other words relation ia on a is called identity relation if every element of a is related to itself only। ਓਨਲੀ ਦਾ ਮਤਲਬ ਇੱਕ a ਦਾ a ਨਾਲ ਹੀ ਰਿਲੇਸ਼ਨ ਹੋਵੇ, a ਦਾ b ਨਾਲ ਰਿਲੇਸ਼ਨ ਨਾ ਬਣਦਾ ਹੋਵੇ। a ਦਾ a ਨਾਲ, b ਦਾ b ਨਾਲ, c ਦਾ c ਨਾਲ। a ਦਾ b ਨਾਲ ਨਾ ਬਣੇ, b ਦਾ c ਨਾਲ ਨਾ ਬਣੇ, b ਦਾ a ਨਾਲ ਨਾ ਬਣੇ, ਠੀਕ ਹੈ ਕਿ। ਯਾਨੀ ਜਿਵੇਂ ਆਹ ਸਾਡੇ ਕੋਲੇ ਸੈੱਟ ਹੈ ਤੇ ਇਹ ਚੀਜ਼ ਅਸੀਂ ਆਈਡੈਂਟੀਟੀ ਰਿਲੇਸ਼ਨ ਬਣਾਉਣਾ ਹੈ, ਆਈ ਏ ਦੀ ਵੈਲਿਊ ਜੇ ਅਸੀਂ ਬਣਾਉਣੀ ਹੈ ਤਾਂ ਕਿਸ ਤਰੀਕੇ ਨਾਲ ਬਣੇਗਾ, 2 ਦਾ ਰਿਲੇਸ਼ਨ 2 ਨਾਲ, 4 ਦਾ ਰਿਲੇਸ਼ਨ 4 ਨਾਲ, ਤੇ 6 ਦਾ ਰਿਲੇਸ਼ਨ 6 ਨਾਲ, ਤੇ 8 ਦਾ ਰਿਲੇਸ਼ਨ 8 ਨਾਲ ਹੀ ਬਣੇ। ਹਰੇਕ ਦਾ ਆਪਦੇ ਆਪ ਨਾਲ ਹੀ ਰਿਲੇਸ਼ਨ ਬਣੇ, ਹੋਰ ਕਿਸੇ ਨਾਲ ਨਾ ਬਣੇ। ਇੱਕ ਤਾਂ ਦੋ ਗੱਲਾਂ ਇਹ 'ਚ ਹੋਣਗੀਆਂ ਵੀ ਇੱਕ ਤਾਂ ਹਰੇਕ ਦਾ ਬਣਨਾ ਚਾਹੀਦਾ 2 ਦਾ 2 ਨਾਲ, 4 ਦਾ 4 ਨਾਲ, ਐ ਨਾ ਹੋਵੇ ਕੋਈ ਮਿਸ ਹੋ ਜਾਵੇ ਵਿਚਾਲਿਓ ਵੀ ਮੰਨ ਲਓ 8 ਦਾ 8 ਨਾਲ ਨਹੀਂ ਬਣ ਰਿਹਾ, ਫਿਰ ਵੀ ਇਹ ਆਈਡੈਂਟੀਟੀ ਰਿਲੇਸ਼ਨ ਨਹੀਂ ਹੈਗਾ। ਸਾਰਿਆਂ ਦਾ ਬਣਨਾ ਚਾਹੀਦਾ ਤੇ ਸਾਰਿਆਂ ਦਾ ਸਿਰਫ ਆਪਦੇ ਆਪ ਨਾਲ ਹੀ ਬਣਨਾ ਚਾਹੀਦਾ, ਹੋਰ ਕਿਸੇ ਨਾਲ ਨਹੀਂ ਬਣਨਾ। ਜਿਹਨੀ ਇਹਦੇ 'ਚ 2 3 ਨਾ ਆਉਂਦਾ ਹੋਵੇ, 3 4 ਨਾ ਆਉਂਦਾ ਹੋਵੇ, ਇਹ ਚੀਜ਼ਾਂ ਨਾ ਆਉਂਦੀਆਂ ਹੋਣ ਇਹਦੇ 'ਚ। ਇਹ ਦੋ ਇਸ ਤਰ੍ਹਾਂ ਦੇ ਐਲੀਮੈਂਟਸ ਇਹਦੇ ਵਿੱਚ ਨਹੀਂ ਹੋਣੇ ਚਾਹੀਦੇ। ਤਾਂ ਇਸ ਤਰ੍ਹਾਂ ਦੇ ਜਿਹੜਾ ਰਿਲੇਸ਼ਨ ਹੁੰਦਾ ਉਹਨੂੰ ਅਸੀਂ ਆਈਡੈਂਟੀਟੀ ਰਿਲੇਸ਼ਨ ਦਿੱਤੇ ਆ। ਥੱਲੇ ਤੁਹਾਨੂੰ ਇਹਦੀਆਂ ਐਗਜ਼ਾਮਪਲਸ ਦਿੱਤੀਆਂ, ਜਿਵੇਂ 1 2 3 ਇਹਦਾ ਰਿਲੇਸ਼ਨ ਦਿੱਤਾ, ਬਣਾਤਾ ਅਸੀਂ 1 1 2 2 3 3 ਇਜ਼ ਆਈਡੈਂਟੀਟੀ ਰਿਲੇਸ਼ਨ ਔਨ ਸੈਟ ਏ। ਇੱਕ ਹੋਰ ਰਿਲੇਸ਼ਨ ਬਣਾਇਆ R1, ਉਹ 'ਚ ਹੈਗਾ 1 1 2 2 3 3 1 3। ਇਹ ਆਈਡੈਂਟੀਟੀ ਰਿਲੇਸ਼ਨ ਨਹੀਂ ਹੈਗਾ ਕਿਉਂਕਿ ਇਹ 'ਚ ਇਹਨਾਂ ਤੋਂ ਬਿਨਾਂ ਆ ਇੱਕ ਹੋਰ ਐਲੀਮੈਂਟ ਦਿੱਤਾ ਹੋਇਆ ਜਿਹਦਾ 1 ਦਾ 3 ਨਾਲ ਵੀ ਰਿਲੇਸ਼ਨ ਦਿੱਤਾ ਹੋਇਆ। 1 ਦਾ 1 ਨਾਲ ਹੈਗਾ, 1 ਦਾ 2 ਦਾ 2 ਨਾਲ ਹੈਗਾ, 3 ਦਾ 3 ਨਾਲ ਹੈਗਾ, ਪਰ 1 ਦਾ 3 ਨਾਲ ਨਹੀਂ ਹੋਣਾ ਚਾਹੀਦਾ ਸੀਗਾ, ਠੀਕ ਹੈ ਕਿ ਨਹੀਂ। ਇਸ ਕਰਕੇ ਇਹਨੂੰ ਆਈਡੈਂਟੀਟੀ ਰਿਲੇਸ਼ਨ ਨਹੀਂ ਕਹਿ ਸਕਦੇ ਸੀ। ਦੂਸਰਾ ਇਹ ਤਾਂ 1 ਦਾ 1 ਨਾਲ, 2 ਨਾਲ 2 ਨਾਲ, ਪਰ ਇਹ 'ਚ ਹੁਣ 3 ਦਾ 3 ਨਾਲ ਹੈ ਨਹੀਂ ਗਾ ਰਿਲੇਸ਼ਨ, ਇਹ ਵੀ ਆਈਡੈਂਟੀਟੀ ਰਿਲੇਸ਼ਨ ਨਹੀਂ ਹੋਏਗਾ। ਤਾਂ ਆਈਡੈਂਟੀਟੀ ਰਿਲੇਸ਼ਨ 'ਚ ਦੋਵੇਂ ਗੱਲਾਂ ਧਿਆਨ ਰੱਖਣੀਆਂ, ਐਵਰੀ ਐਲੀਮੈਂਟ ਦਾ ਰਿਲੇਸ਼ਨ ਹੋਵੇ। ਇੱਕ ਤਾਂ ਐਵਰੀ ਤਾਂ ਹੀ ਬੋਲਡ ਕੀਤਾ ਵੱਡੇ ਅੱਖਰਾਂ 'ਚ ਲਿਖਿਆ, ਤੇ ਇੱਕ ਨਾਲ ਓਨਲੀ ਨੂੰ ਵੱਡੇ ਅੱਖਰਾਂ 'ਚ ਲਿਖਿਆ, ਮਤਲਬ A ਦਾ A ਨਾਲ ਹੀ ਰਿਲੇਸ਼ਨ ਹੋਵੇ, ਹਰੇਕ A ਦਾ A ਨਾਲ ਰਿਲੇਸ਼ਨ ਹੋਵੇ ਤੇ ਹੋਵੇ ਵੀ ਉਹਨਾਂ ਨਾਲ ਹੀ, ਹੋਰ ਕਿਸੇ ਨਾਲ ਨਾ ਹੋਵੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਆਈਡੈਂਟੀਟੀ ਰਿਲੇਸ਼ਨ। ਹੁਣ ਅੱਗੇ ਸਾਡੇ ਕੋਲੇ 3 ਰਿਲੇਸ਼ਨ ਇੰਪੋਰਟੈਂਟ ਆ ਗਏ ਜਿਹਦੇ ਤੇ ਸਾਰਾ ਜਿਹੜਾ ਇਹ ਰਿਲੇਸ਼ਨ ਵਾਲਾ ਜਿਹੜਾ ਟੌਪਿਕ ਹੈ ਡਿਪੈਂਡ ਕਰੇਗਾ। ਉਹ ਹੁਣ ਧਿਆਨ ਨਾਲ ਸਮਝ ਲੈਣੇ। ਪਹਿਲਾ ਇਹਦੇ ਵਿੱਚ ਹੈਗਾ ਰਿਫਲੈਕਸਿਵ ਰਿਲੇਸ਼ਨ। 3 ਟਾਈਪਸ ਆਫ ਰਿਲੇਸ਼ਨ ਦੇ ਵਿੱਚ ਸਭ ਤੋਂ ਪਹਿਲਾ ਹੈਗਾ ਰਿਫਲੈਕਸਿਵ ਰਿਲੇਸ਼ਨ।
ਰਿਫਲੈਕਸਿਵ ਰਿਲੇਸ਼ਨ ਕੀ ਹੁੰਦਾ ਹੈ? ਅ ਰਿਲੇਸ਼ਨ ਆਰ ਔਨ ਅ ਸੈਟ ਏ ਇਜ਼ ਸੈਟ ਟੂ ਬੀ ਰਿਫਲੈਕਸਿਵ ਇਫ ਐਵਰੀ ਐਲੀਮੈਂਟ ਆਫ ਏ ਇਜ਼ ਰਿਲੇਟਡ ਟੂ ਇਟਸੈਲਫ। ਜੇ ਏ ਦਾ ਹਰੇਕ ਐਲੀਮੈਂਟ, ਐਵਰੀ ਨੂੰ ਤਾਂ ਹੀ ਬੋਲਡ ਕੀਤਾ, ਵੱਡਾ ਕੀਤਾ, ਏ ਦਾ ਹਰੇਕ ਐਲੀਮੈਂਟ ਆਪਦੇ ਆਪ ਨਾਲ ਰਿਲੇਟਡ ਹੈ। ਹੁਣ ਤੁਸੀਂ ਕਹੋਗੇ ਵੀ ਇਹਦਾ ਰਿਫਲੈਕਸਿਵ ਰਿਲੇਸ਼ਨ ਦਾ ਤੇ ਆਇਡੈਂਟੀ ਰਿਲੇਸ਼ਨ ਦਾ ਕੀ ਫਰਕ ਹੋਇਆ? ਉਹਦੇ 'ਚ ਓਨਲੀ ਵੀ ਸੀਗਾ ਨਾਲ, ਵੀ ਇਹਦੇ 'ਚ ਹੁਣ ਜਿਵੇਂ ਆਹ ਚੀਜ਼ ਸੀਗੀ, ਆਹ ਤਾਂ ਹੈਗੀ ਆਇਡੈਂਟੀ ਰਿਲੇਸ਼ਨ, ਪਰ ਆਹ ਹੈ ਨਹੀਂ ਸੀ, ਪਰ ਇਹ ਰਿਫਲੈਕਸਿਵ ਹੈਗਾ। ਇਹ ਕੀ ਹੈ? ਇਹ ਰਿਫਲੈਕਸਿਵ ਹੈਗਾ, ਕਿਉਂਕਿ ਇਹਦੇ 'ਚ ਆਹ ਸਾਰਿਆਂ ਦਾ ਰਿਲੇਸ਼ਨ ਬਣ ਗਿਆ ਆਪਦੇ ਆਪ ਨਾਲ, ਉਹ ਤੋਂ ਬਿਨਾਂ ਹੋਰ ਵੀ ਰਿਲੇਸ਼ਨ ਇਹਦੇ ਵਿੱਚ ਹੋ ਸਕਦੇ ਆ। ਠੀਕ ਹੈ ਕਿ ਨਹੀਂ? ਯਾਨੀ ਹਰੇਕ ਐਲੀਮੈਂਟ ਦਾ ਆਪਦੇ ਆਪ ਨਾਲ ਰਿਲੇਸ਼ਨ ਹੋਵੇ, ਨਾਲ ਉਹਨਾਂ ਦਾ ਕਿਸੇ ਹੋਰ ਨਾਲ ਵੀ ਰਿਲੇਸ਼ਨ ਪੋਸੀਬਲ ਹੈਗਾ, ਅਸੀਂ ਓਨਲੀ ਸ਼ਬਦ ਇਹਦੇ 'ਚ ਨਹੀਂ ਲਾਇਆ। ਤਾਂ ਆਹ ਫਰਕ ਹੈ ਇਹਦੇ ਵਿੱਚ ਰਿਫਲੈਕਸਿਵ ਤੇ ਆਇਡੈਂਟੀ ਰਿਲੇਸ਼ਨ। ਤਾਂ ਰਿਫਲੈਕਸਿਵ ਰਿਲੇਸ਼ਨ ਕੀ ਹੋਇਆ? ਆਰ ਇਜ਼ ਰਿਫਲੈਕਸਿਵ, ਇਹਦਾ ਮਤਲਬ ਕੀ ਹੋਏਗਾ? ਏ ਬਿਲੋਂਗਸ ਟੂ ਆਰ ਫॉर ऑल, ਇੱਥੇ ਸ਼ਬਦ ਇਹਨਾਂ ਦਾ ਧਿਆਨ ਰੱਖੋ, ਫॉर ऑल ਏ ਬਿਲੋਂਗਸ ਟੂ, ਯਾਨੀ ਏ ਦੇ ਸਾਰੇ ਐਲੀਮੈਂਟਸ ਵਾਸਤੇ ਆਹ ਚੀਜ਼ ਹੋਣੀ ਚਾਹੀਦੀ ਹੈ, ਏ ਬਿਲੋਂਗਸ ਟੂ ਆਰ ਹੋਣਾ ਚਾਹੀਦਾ, ਤਾਂ ਉਹ ਜਿਹੜਾ ਹੈਗਾ ਰਿਲੇਸ਼ਨ ਆਰ ਹੈ ਜਿਹੜਾ ਰਿਫਲੈਕਸਿਵ ਰਿਲੇਸ਼ਨ ਹੋਏਗਾ। ਰਿਲੇਸ਼ਨ ਆਰ ਔਨ ਸੈਟ ਏ ਇਜ਼ ਨਾਟ ਰਿਫਲੈਕਸਿਵ ਇਫ ਦੇਅਰ ਐਗਜ਼ਿਸਟ ਐਨ ਐਲੀਮੈਂਟ ਏ, ਜੇ ਉੱਥੇ ਕੋਈ ਇਹੋ ਜਿਹਾ ਐਲੀਮੈਂਟ ਹੈਗਾ ਜਿਹੜਾ ਆਪਦੇ ਆਪ ਨਾਲ ਰਿਲੇਟਡ ਨਹੀਂ ਹੈਗਾ, ਫਿਰ ਉਹਨੂੰ ਅਸੀਂ ਰਿਫਲੈਕਸਿਵ ਨਹੀਂ ਕਹਾਂਗੇ। ਜਿਵੇਂ ਆਹ ਵਾਲਾ ਸੀਗਾ 1 1 2 2 1 3 3 ਹੈ ਨਹੀਂ ਸੀ, ਇਹਦੇ 'ਚ 3 3 ਹੈ ਨਹੀਂ ਸੀ, ਇਟ ਮੀਨਸ ਇਹ ਕੀ ਸੀਗਾ? ਆਹ ਵਾਲਾ ਜਿਹੜਾ ਰਿਲੇਸ਼ਨ ਸੀ ਰਿਫਲੈਕਸਿਵ ਨਹੀਂ ਸੀਗਾ। ਠੀਕ ਹੈ ਕਿ ਨਹੀਂ? 3 3 ਵੀ ਹੋਣਾ ਚਾਹੀਦਾ ਸੀ। ਸੋ ਇਹ ਛੋਟੀਆਂ ਛੋਟੀਆਂ ਬੇਟੇ ਜਿਹਨਾਂ 'ਤੇ ਮੈਂ ਜ਼ੋਰ ਦੇ ਕੇ ਤੁਹਾਨੂੰ ਦੱਸ ਰਿਹਾ, ਇਹਨਾਂ ਦਾ ਖਿਆਲ ਰੱਖਣਾ। ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ, ਜੇ ਇਹ ਧਿਆਨ ਰਹੇਗੀਆਂ ਤਾਂ ਤੁਹਾਨੂੰ ਇਸ ਲੈਸਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਏਗੀ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਅੰਡਰਲਾਈਨ ਕਰ ਰਿਹਾ, ਮੈਂ ਵੱਡੇ ਅੱਖਰਾਂ 'ਚ ਲਿਖ ਰਿਹਾ, ਤੁਹਾਨੂੰ ਜ਼ੋਰ ਦੇ ਕੇ ਸਮਝਾ ਰਿਹਾ, ਉਹਨਾਂ ਨੂੰ ਬੜੇ ਧਿਆਨ ਨਾਲ ਯਾਦ ਰੱਖਣਾ ਹੈ। ਇਹਦੀ ਇਲਸਟ੍ਰੇਸ਼ਨ ਐਗਜ਼ਾਮਪਲਸ ਵੀ ਮੈਂ ਨਾਲ ਦੇਣਾ, ਤਾਂ ਕਿ ਤੁਹਾਨੂੰ ਐਗਜ਼ਾਮਪਲ ਨਾਲ ਗੱਲ। ਹੁਣ ਆ ਤੁਹਾਡੇ ਕੋਲ ਇੱਕ ਸੈੱਟ ਹੈ A = 1 2 3, ਇੱਕ ਰਿਲੇਸ਼ਨ ਬਣਾ ਲਿਆ 1 1 2 2 3 3 1 2 2 3 1। ਇਹ ਰਿਫਲੈਕਸਿਵ ਰਿਲੇਸ਼ਨ ਹੈ, ਕਿਉਂਕਿ ਹਰੇਕ ਐਲੀਮੈਂਟ 1 ਦਾ 1 ਨਾਲ, 2 ਦਾ 2 ਨਾਲ, 3 ਦਾ 3 ਨਾਲ ਰਿਲੇਸ਼ਨ ਹੈਗਾ। ਠੀਕ ਹੈ ਨਾ? ਇਹਨੂੰ ਅਸੀਂ ਰਿਫਲੈਕਸਿਵ ਰਿਲੇਸ਼ਨ ਕਹਾਂਗੇ। ਬਟ ਇੱਕ ਹੋਰ ਐਲੀਮੈਂਟ ਰਿਲੇਸ਼ਨ ਲੈ ਲਿਆ 1 1 2 2 2 1 3 2, ਇਹ ਰਿਫਲੈਕਸਿਵ ਨਹੀਂ ਹੈਗਾ, ਕਿਉਂਕਿ ਇਹ 'ਚ 3 ਦਾ 3 ਨਾਲ ਰਿਲੇਸ਼ਨ ਨਹੀਂ ਬਣ ਰਿਹਾ। ਯਾਨੀ ਇਹਦੇ 'ਚੋਂ ਹਰੇਕ ਐਲੀਮੈਂਟ ਦਾ ਆਪਦੇ ਆਪ ਨਾਲ ਰਿਲੇਸ਼ਨ ਜ਼ਰੂਰ ਬਣੇ, ਫੇਰ ਹੀ ਗੱਲ ਬਣਦੀ ਹੈ, ਫੇਰ ਹੀ ਰਿਫਲੈਕਸਿਵ ਹੋਏਗਾ। ਅੱਗੇ ਹੋਰ ਇੱਕ ਐਗਜ਼ਾਮਪਲ ਲੈਟ ਕੀ ਹੈ? A ਇਜ਼ ਅ ਰਿਲੇਸ਼ਨ R ਔਨ N, N ਕੀ ਹੈ? ਨੈਚੁਰਲ ਨੰਬਰ ਦਾ ਸੈੱਟ ਹੁੰਦਾ ਹੈ। ਰਿਲੇਸ਼ਨ R ਔਨ N defined by R equals to AB, A is greater than equal to B is reflexive on N because every element is greater than or equal to itself। ਹੁਣ ਇਹਦੇ 'ਚ A B ਅਸੀਂ ਇਹੋ ਜਿਹੇ ਲੈਣੇ ਆ ਜਿਹਦੇ 'ਚ A ਹੈ ਜਿਹੜਾ B ਤੋਂ ਵੱਡਾ ਜਾਂ B ਦੇ ਬਰਾਬਰ ਹੋਵੇ। ਤਾਂ ਇਹਦੇ 'ਚ ਅਸੀਂ A ਵੀ ਤਾਂ ਲੈ ਸਕਦੇ ਸੀ ਦੋਨੇ, A ਵੀ ਤਾਂ ਆਪਦੇ ਆਪ ਤੋਂ ਵੱਡਾ ਜਾਂ ਬਰਾਬਰ ਹੈ। ਠੀਕ ਹੈ ਕਿ ਨਹੀਂ? ਤਾਂ ਇਹਦਾ ਮਤਲਬ ਹਰੇਕ ਐਲੀਮੈਂਟ, ਹਰੇਕ ਨੈਚੁਰਲ ਨੰਬਰ ਆਪਦੇ ਆਪ ਤੋਂ ਵੱਡਾ ਜਾਂ ਬਰਾਬਰ ਹੁੰਦਾ ਹੈ। ਠੀਕ ਹੈ ਕਿ ਨਹੀਂ? ਤਾਂ ਇਹਦੇ 'ਚ ਅਸੀਂ ਲੈ ਸਕਦੇ ਹਾਂ ਵੀ A ਬਿਲੋਂਗਸ ਟੂ R ਫॉर ऑल A ਬਿਲੋਂਗਸ ਟੂ N। ਠੀਕ ਹੈ ਕਿ ਨਹੀਂ? ਜਿੰਨੇ ਵੀ N ਦੇ ਐਲੀਮੈਂਟਸ ਨੇ, ਇਹਨੂੰ ਇਸ ਤਰੀਕੇ ਨਾਲ ਲਿਖਿਆ ਜਾ ਸਕਦਾ ਸੀ। ਜਦੋਂ ਅਸੀਂ ਇਹਨੂੰ ਪ੍ਰੂਵ ਕਰਨਾ ਹੋਊਗਾ ਨਾ ਰਿਫਲੈਕਸਿਵ, ਤਾਂ ਅਸੀਂ ਇਸ ਤਰੀਕੇ ਨਾਲ ਲਵਾਂਗੇ ਇਹਨੂੰ, ਵੀ ਅਸੀਂ ਲੈਟ ਕਰ ਲਾਂਗੇ A ਦੇ N ਦੇ ਵਿੱਚੋਂ ਕੋਈ ਐਲੀਮੈਂਟ ਲੈ ਲਾਂਗੇ, ਸੇ A ਲੈ ਲਿਆ, A ਬਿਲੋਂਗਸ ਟੂ N। ਠੀਕ ਹੈ ਕਿ ਲੈਟ A ਬਿਲੋਂਗਸ ਟੂ N, ਵੀ ਨੋ ਦੈਟ, ਅਸੀਂ ਜਾਣਦੇ ਹਾਂ। ਕੀ ਜਾਣਦੇ ਆਪਾਂ? ਵੀ ਹਰੇਕ ਨੈਚੁਰਲ ਨੰਬਰ ਆਪਦੇ ਆਪ ਤੋਂ ਵੱਡਾ ਜਾਂ ਬਰਾਬਰ ਹੁੰਦਾ ਹੈ। ਆਹ ਵਾਲੀ ਜਿਹੜੀ ਡੈਫੀਨੇਸ਼ਨ ਹੈ ਇਸ ਰਿਲੇਸ਼ਨ ਦੀ, ਉਹਦੇ ਤੇ ਅਪਲਾਈ ਕਰਕੇ ਦੇਖਾਂਗੇ ਵੀ A ਇਜ਼ ਗ੍ਰੇਟਰ ਦੈਨ ਇਕੁਅਲ ਟੂ B ਲਿਖਿਆ, ਕੀ ਅਸੀਂ B ਦੀ ਥਾਂ ਤੇ ਵੀ A ਲਿਖ ਸਕਦੇ ਹਾਂ? ਅਸੀਂ ਇਹ ਚੈੱਕ ਕਰਨਾ। ਜੇ ਅਸੀਂ B ਦੀ ਥਾਂ ਤੇ A ਲਿਖ ਸਕਦੇ ਹਾਂ ਤਾਂ ਮਤਲਬ ਇੱਥੇ A ਬਿਲੋਂਗਸ ਟੂ R ਹੋ ਜਾਏਗਾ। ਤਾਂ ਅਸੀਂ ਜਾਣਦੇ ਹਾਂ ਵੀ ਹਰੇਕ ਨੈਚੁਰਲ ਨੰਬਰ ਹੈ ਜਿਹੜਾ, A ਕੀ ਹੈ? ਨੈਚੁਰਲ ਨੰਬਰ, ਤੇ ਹਰੇਕ ਨੈਚੁਰਲ ਨੰਬਰ ਆਪਦੇ ਆਪ ਤੋਂ ਵੱਡਾ ਜਾਂ ਬਰਾਬਰ ਹੁੰਦਾ ਹੈ। ਇਹਦਾ ਮਤਲਬ ਕੀ ਹੈ? A ਬਿਲੋਂਗਸ ਟੂ R ਹੋ ਜਾਏਗਾ ਫॉर ਐਵਰੀ ਜਾਂ ਫॉर ऑल A ਬਿਲੋਂਗਸ ਟੂ N। ਜਿੰਨੇ ਵੀ ਨੈਚੁਰਲ ਨੰਬਰਸ ਨੇ ਸਾਰਿਆਂ ਵਾਸਤੇ। ਆ ਥੋੜਾ ਜਿਹਾ ਜਿਹੜੀਆਂ ਚੀਜ਼ਾਂ ਲਿਖੀਆਂ ਇਹਨਾਂ ਨੂੰ ਬੋਲ ਕੇ ਆਪਦੇ ਵੱਲੋਂ ਦੇਖਿਆ ਕਰਿਓ, ਦੇਖਿਓ ਸਾਰੇ, ਤੇ ਉਹਨੂੰ ਦਿਮਾਗ 'ਚ ਨਾਲ ਦੀ ਨਾਲ ਬਿਠਾਉਣ ਦੀ ਕੋਸ਼ਿਸ਼ ਕਰੋ। ਵੀ ਜਿਹੜੀ ਅਸੀਂ ਇੱਕ ਇੱਕ ਲਫ਼ਜ਼, ਮੈਂ ਤੁਹਾਨੂੰ ਕੱਲ ਵੀ ਗੱਲ ਕਹੀ ਸੀਗੀ
ਵੀ ਅਲਜਬਰਾ ਦੇ ਵਿੱਚ ਇੱਕ ਇੱਕ ਕੋਈ ਸ਼ਬਦ ਜਿਹੜਾ ਅਸੀਂ ਬੋਲਦੇ ਹਾਂ, ਜਿਹੜਾ ਅਸੀਂ ਲਿਖਦੇ ਹਾਂ, ਉਹਦਾ ਮੀਨਿੰਗ ਸਾਡੇ ਦਿਮਾਗ ਦੇ ਵਿੱਚ ਨਾਲ ਦੀ ਨਾਲ ਕਲੀਅਰ ਹੋਵੇ ਤਾਂ ਗੱਲ ਬਣਦੀ ਹੈ, ਫਿਰ ਇਹ 'ਚ ਕੋਈ ਸਮੱਸਿਆ ਨਹੀਂ ਆਉਂਦੀ। ਹੁਣ ਅਸੀਂ ਇਹਨੂੰ ਪੜ੍ਹਨ ਵੇਲੇ ਪਤਾ ਕੀ ਕਰਦੇ ਹਾਂ, ਬਸ ਫਟਾਫਟ ਸਰਸਰੀ ਨਿਗਾਹ ਨਾਲ ਪੜ੍ਹ ਜਾਂਦੇ ਹਾਂ, ਉੱਥੇ ਫਿਰ ਸਾਨੂੰ ਇਸ ਗੱਲ ਦਾ ਖਿਆਲ ਨਹੀਂ ਆਉਂਦਾ। ਇੱਥੇ ਆ ਚੀਜ਼ ਜਿਹੜੀ ਪਾਈ ਹੈ ਫॉर ਐਵਰੀ ਜਾਂ ਫॉर ਆਲ A ਬਿਲੋਂਗਸ ਟੂ N, ਯਾਨੀ N ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਵਾਸਤੇ ਆਹ ਚੀਜ਼ ਲਾਗੂ ਹੁੰਦੀ ਹੈ। ਇਸ ਕਰਕੇ ਇਹ ਕੀ ਹੈ, ਰਿਫਲੈਕਸਿਵ ਰਿਲੇਸ਼ਨ ਹੈਗਾ। ਦੂਸਰਾ ਰਿਲੇਸ਼ਨ ਇਹਦੇ ਵਿੱਚ ਹੈਗਾ ਸਿਮੈਟ੍ਰਿਕ ਰਿਲੇਸ਼ਨ। ਸਿਮੈਟ੍ਰਿਕ ਰਿਲੇਸ਼ਨ ਕੀ ਹੁੰਦਾ ਹੈ? ਰਿਲੇਸ਼ਨ R on set A is set to be symmetric relation if and only if, ਸਿਰਫ ਤੇ ਸਿਰਫ, ਜਿਵੇਂ ਆਪਾਂ ਕਹੇ ਵੀ ਸਿਰਫ ਤਾਂ ਹੀ ਜੇ A B ਬਿਲੋਂਗਸ ਟੂ R ਹੈ ਤਾਂ B A ਬਿਲੋਂਗਸ ਟੂ B R ਹੋਵੇ ਤਾਂ ਉਹ ਸਿਮੈਟ੍ਰਿਕ ਰਿਲੇਸ਼ਨ ਹੁੰਦਾ ਹੈ। ਫॉर ਆਲ A B ਬਿਲੋਂਗਸ ਟੂ R, ਸਾਰਿਆਂ ਵਾਸਤੇ ਨਹੀਂ, ਜਿਹੜੇ ਜਿਹੜੇ R ਨੂੰ ਬਿਲੋਂਗ ਕਰਦੇ ਆ ਐਲੀਮੈਂਟ, ਉਹਨਾਂ ਦਾ ਉਲਟਾ ਵੀ ਉਸ R ਨੂੰ ਬਿਲੋਂਗ ਕਰਨਾ ਚਾਹੀਦਾ ਹੈ, ਤਾਂ ਉਹ ਸਿਮੈਟ੍ਰਿਕ ਰਿਲੇਸ਼ਨ ਹੋਏਗਾ। ਅੱਗੇ ਆਪਾਂ ਐਗਜ਼ਾਮਪਲਸ ਲਵਾਂਗੇ, ਉਹਨੂੰ ਸਮਝਾਏਗੀ। ਇੱਥੇ ਗੱਲ ਸਮਝ ਲਓ ਵੀ ਜਿੰਨੇ ਵੀ R ਦੇ ਐਲੀਮੈਂਟ ਨੇ, ਜਿਵੇਂ A B ਬਿਲੋਂਗਸ ਟੂ R, ਇਹ ਸਾਨੂੰ ਪਤਾ ਹੈ ਵੀ R ਦੇ ਜਿਹੜੇ ਐਲੀਮੈਂਟਸ ਉਹ ਕਿਸ ਤਰ੍ਹਾਂ ਦੇ ਹੁੰਦੇ ਆ, ਆਰਡਰਡ ਪੇਅਰ ਦੀ ਫਾਰਮ 'ਚ, ਤਾਂ A B ਬਿਲੋਂਗਸ ਟੂ R ਹੈਗਾ ਤਾਂ ਇਹਦਾ ਉਲਟਾ B A ਬਿਲੋਂਗਸ ਟੂ ਵੀ R ਹੋਣਾ ਚਾਹੀਦਾ ਹੈ, ਤਾਂ ਹੀ ਉਸ ਰਿਲੇਸ਼ਨ ਨੂੰ ਅਸੀਂ ਸਿਮੈਟ੍ਰਿਕ ਰਿਲੇਸ਼ਨ ਕਹਾਂਗੇ, ਨਹੀਂ ਤਾਂ ਉਹ ਸਿਮੈਟ੍ਰਿਕ ਰਿਲੇਸ਼ਨ ਨਹੀਂ ਹੈਗਾ। ਯਾਨੀ A ਇਜ਼ ਰਿਲੇਟਡ ਟੂ B ਤਾਂ ਇੱਥੋਂ B ਇਜ਼ ਰਿਲੇਟਡ ਟੂ A B ਹੋਣਾ ਚਾਹੀਦਾ। ਫॉर ਆਲ ਜਿੰਨੇ ਵੀ A B R ਦੇ ਐਲੀਮੈਂਟ ਆ ਸਾਰਿਆਂ ਦੇ ਵਾਸਤੇ ਇਹ ਚੀਜ਼ ਹੋਣੀ ਚਾਹੀਦੀ ਹੈ। ਇਨ ਅਦਰ ਵਰਡਸ R is symmetric relation on A if AB belongs to R for some AB belongs to R, AB belongs to ਜਿੰਨੇ ਵੀ A ਦੇ ਐਲੀਮੈਂਟਸ ਨੇ ਸਾਰਿਆਂ ਦਾ ਤਾਂ ਆਰਡਰਡ ਪੇਅਰ ਬਣੇਗਾ ਨਹੀਂ, ਜਿੰਨਾ ਕੁ ਦਾ ਬਣੇਗਾ। ਰਿਲੇਸ਼ਨ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ, ਰਿਲੇਸ਼ਨ ਕੀ ਹੈ, A ਕ੍ਰਾਸ A ਦਾ ਸਬਸੈਟ, ਤਾਂ ਉਹ 'ਚ ਕੀ ਹੋਏਗਾ, A ਦੇ ਕੁਝ ਐਲੀਮੈਂਟਸ ਦਾ ਇੱਥੇ ਆਉਣਗੇ, ਕੁਝ ਐਲੀਮੈਂਟਸ ਇਸ ਤਰ੍ਹਾਂ ਰਿਲੇਸ਼ਨ ਦੇ ਵਿੱਚ ਆਉਣਗੇ, ਜਿਹੜੇ ਆਉਣਗੇ ਉਹਨਾਂ ਦਾ ਉਲਟਾ ਹੋਣਾ ਚਾਹੀਦਾ ਹੈ, ਜਿਹੜੇ ਨਹੀਂ ਆਉਣਗੇ ਉਹਨਾਂ ਦਾ ਉਲਟਾ ਲਿਖਣ ਦੀ ਜ਼ਰੂਰਤ ਨਹੀਂ ਹੈ। ਸੇ ਆਪਣੇ ਕੋਲੇ ਕੋਈ ਰਿਲੇਸ਼ਨ ਹੈ, ਆ ਸਾਡੇ ਕੋਲੇ ਪਹਿਲਾਂ ਸੈੱਟ ਲੈ ਲਈਏ, ਇੱਕ 1 2 3 ਛੋਟਾ ਜਿਹਾ ਸੈੱਟ ਲੈ ਲਿਆ ਹੈ ਨਾ, ਅਸੀਂ ਕੋਈ ਰਿਲੇਸ਼ਨ ਬਣਾਇਆ, ਇਹਦੇ 'ਚ ਪਹਿਲਾ ਐਲੀਮੈਂਟ ਆ ਗਿਆ 1 2, ਜੇ 1 2 ਆ ਗਿਆ ਤਾਂ 2 1 ਵੀ ਇਹਦੇ ਵਿੱਚ ਹੋਣਾ ਚਾਹੀਦਾ। ਹੁਣ ਇਹ 'ਚ 1 3 ਨਹੀਂ ਅਸੀਂ ਲਿਖਿਆ ਤਾਂ ਇਹਦਾ 3 1 ਹੋਣਾ ਜ਼ਰੂਰੀ ਨਹੀਂ ਹੈ, ਜਦੋਂ 1 3 ਹੈ ਨਹੀਂ ਤਾਂ 3 1 ਵੀ ਨਾ ਹੋਵੇ। ਪਰ ਜੇ ਅਸੀਂ ਇੱਥੇ 2 3 ਲਿਖਤਾ ਤਾਂ 3 2 ਵੀ ਹੋਣਾ ਚਾਹੀਦਾ। ਜੇ ਇਸ ਤਰ੍ਹਾਂ ਹੈਗਾ ਤਾਂ ਅਸੀਂ ਕਹਿ ਦਾਂਗੇ ਵੀ R ਜਿਹੜਾ ਹੈਗਾ ਉਹ ਸਿਮੈਟ੍ਰਿਕ ਰਿਲੇਸ਼ਨ ਹੈ, ਜੇ ਇਸ ਤਰ੍ਹਾਂ ਨਹੀਂ ਹੈਗਾ ਤਾਂ R ਸਿਮੈਟ੍ਰਿਕ ਹੈ ਨਹੀਂ ਗਾ। ਬਸ ਇੰਨੀ ਗੱਲ ਹੈ ਵੀ ਕੋਈ ਚੀਜ਼ ਜੇ ਹੈਗੀ ਹੈ, ਕੰਡੀਸ਼ਨ ਸੈਟੀਸਫਾਈ ਹੁੰਦੀ ਹੈ ਤਾਂ ਸਿਮੈਟ੍ਰਿਕ ਹੈਗਾ, ਜੇ ਕੰਡੀਸ਼ਨ ਸੈਟੀਸਫਾਈ ਨਹੀਂ ਹੁੰਦੀ ਤਾਂ ਸਿਮੈਟ੍ਰਿਕ ਨਹੀਂ ਹੈਗਾ। ਆਹ ਹੁਣ ਇੱਕ ਐਗਜ਼ਾਮਪਲ ਲਈਏ, ਦੇਖੋ, ਲੈਟ L be the set of all lines, ਸਾਡੀਆਂ ਲਾਈਨਸ ਦਾ ਤੁਹਾਨੂੰ ਪਤਾ ਹੈ ਵੀ ਇਦਾਂ ਜਿੱਧਰ ਨੂੰ ਮਰਜ਼ੀ ਅਸੀਂ ਲਾਈਨਾਂ ਖਿੱਚ ਸਕਦੇ ਹਾਂ। ਇੱਕ ਪੂਰਾ ਸੈੱਟ ਲੈ ਜਿਹ 'ਚ ਸਾਰੀਆਂ ਲਾਈਨਾਂ ਆ ਗਈਆਂ, ਯੂਨੀਵਰਸ ਦੇ ਵਿੱਚ ਜਿੰਨੀਆਂ ਵੀ ਲਾਈਨਾਂ ਬਣ ਸਕਦੀਆਂ ਸਾਰੀਆਂ ਲਿਖ ਲਈਆਂ। ਡਿਫਾਈਨਡ ਬਾਏ ਇੱਕ ਇਸ ਰਿਲੇਸ਼ਨ ਡਿਫਾਈਨ ਕੀਤਾ R ਕੀ ਹੈ, L1 L2 ਦੋ ਲਾਈਨਾਂ ਨੇ, ਇਹਦੇ ਵਿੱਚ ਕਿਹੜੀਆਂ ਦੋ ਲਾਈਨਾਂ ਨੇ, ਜਿਹੜੀਆਂ ਇੱਕ ਦੂਜੇ ਦੇ ਪਰਪੈਂਡੀਕੂਲਰ। L1 ਇਜ਼ ਪਰਪੈਂਡੀਕੂਲਰ ਟੂ L2, ਯਾਨੀ R ਦੇ ਵਿੱਚ ਅਸੀਂ ਸਾਰੀਆਂ ਲਾਈਨਾਂ ਦੇ ਵਿੱਚੋਂ ਉਹ ਲਾਈਨਾਂ ਦੇ ਆਰਡਰਡ ਪੇਅਰ ਬਣਾ ਲਏ ਜਿਹੜੀਆਂ ਇੱਕ ਦੂਜੇ ਦੇ ਪਰਪੈਂਡੀਕੂਲਰ ਸੀਗੀਆਂ, ਉਹ ਸਾਰੀਆਂ ਇੱਥੇ ਅਸੀਂ ਨੋਟ ਡਾਊਨ ਕਰ ਲਈਆਂ, ਉਹ ਇਸ ਰਿਲੇਸ਼ਨ ਦੇ ਵਿੱਚ ਆ ਰਹੀਆਂ ਨੇ। ਠੀਕ ਹੈ, ਦੈਨ R ਇਜ਼ ਸਿਮੈਟ੍ਰਿਕ ਰਿਲੇਸ਼ਨ ਔਨ R, ਇਹ ਸਿਮੈਟ੍ਰਿਕ ਹੋਏਗਾ। ਕਿਉਂ ਹੋਏਗਾ? ਕਿਉਂਕਿ ਅਸੀਂ ਇਹਨੂੰ ਹੁਣ ਜਦੋਂ ਪ੍ਰੂਵ ਕਰਨਾ ਹੋਏਗਾ ਨਾ, ਇਹ ਤਾਂ ਜਿਹੜੇ ਹੈਗੇ ਆ ਫਾਈਨਾਈਟ ਸੈੱਟ ਹੈ, ਜਿਨ੍ਹਾਂ 'ਚ ਆ ਇੱਦਾਂ ਦੇ ਸੈੱਟ ਹੁੰਦੇ ਥੋੜ੍ਹੇ ਜਿਹੇ ਐਲੀਮੈਂਟ ਹੋਣ, ਆ ਹੁੰਦੇ ਆ ਇਨਫਾਈਨਾਈਟ ਸੈੱਟ। ਹੁਣ ਜੇ ਤੁਹਾਨੂੰ ਕੋਈ ਕਹੇ ਵੀ ਲਾਈਨਸ ਦਾ ਸੈੱਟ ਬਣਾਓ, ਲਾਈਨ ਜਿੰਨੀਆਂ ਹੈਗੀਆਂ, ਲਾਈਨ ਦਾ ਸੈੱਟ ਤਾਂ ਬਣਾਉਣਾ ਪੋਸੀਬਲ ਨਹੀਂ ਗਾ, ਲਿਖ ਨਹੀਂ ਸਕਦੇ ਅਸੀਂ ਸਾਰੀਆਂ ਲਾਈਨਾਂ ਨੂੰ। ਠੀਕ ਹੈ, ਤੇ ਤਾਂ ਇਨਫਾਈਨਾਈਟ ਸੈੱਟ ਹੋ ਗਿਆ, ਬਹੁਤ ਵੱਡਾ ਸੈੱਟ। ਤਾਂ ਉਹ ਜਦੋਂ ਬਹੁਤ ਵੱਡਾ ਸੈੱਟ ਹੋਏਗਾ ਸਾਡੇ ਕੋਲੇ, ਉਹਦੇ 'ਚ ਸਾਨੂੰ ਜਦੋਂ ਸਿਮੈਟ੍ਰਿਕ ਪ੍ਰੂਵ ਕਰਨ ਨੂੰ ਕਹਿਣਗੇ, ਅਸੀਂ ਕੀ ਕਰਾਂਗੇ, ਅਸੀਂ ਇੱਕ ਐਲੀਮੈਂਟ ਲੈ ਲਾਂਗੇ A B ਬਿਲੋਂਗਸ ਟੂ R, ਤੇ ਇਹਨੂੰ ਅਸੀਂ ਲੈ ਕੇ ਜੇ ਆਹ ਚੀਜ਼ ਪ੍ਰੂਵ ਕਰਨ 'ਚ ਸਫਲ ਹੋ ਗਏ ਵੀ B A B ਬਿਲੋਂਗਸ ਟੂ R ਹੋਏ, ਤੇ ਅਸੀਂ ਇਹਨੂੰ ਕੁਛ ਨਾ ਕੁਛ ਇੱਥੇ ਕਰਾਂਗੇ ਇਹਦੀ ਕਾਰਵਾਈ, ਜਿਹਦੇ ਨਾਲ ਆਹ ਚੀਜ਼ ਪ੍ਰੂਵ ਕਰਨ 'ਚ ਜੇ ਅਸੀਂ ਸਫਲ ਹੋ ਗਏ ਤਾਂ ਅਸੀਂ ਸਮਝ ਲਾਂਗੇ ਵੀ ਇਹ ਜਿਹੜਾ ਹੈਗਾ ਸਿਮੈਟ੍ਰਿਕ ਹੈਗਾ। ਹੁਣ ਇਹੀ ਕੰਮ ਇੱਥੇ ਕਰਿਆ, ਅਸੀਂ ਕੀ ਕਰਿਆ, ਇੱਕ ਐਲੀਮੈਂਟ ਲੈ ਲਿਆ L1 L2 ਬਿਲੋਂਗਸ ਟੂ R। ਜੇ L1 L2 ਬਿਲੋਂਗਸ ਟੂ R ਹੈ ਤਾਂ ਮਤਲਬ ਕੀ ਹੈ, L1 L2 ਦੇ ਪਰਪੈਂਡੀਕੂਲਰ ਹੈ, ਤੇ ਜੇ L1 L2 ਦੇ ਪਰਪੈਂਡੀਕੂਲਰ ਤਾਂ ਕੀ L2 L1 ਦੇ ਪਰਪੈਂਡੀਕੂਲਰ ਨਹੀਂ ਹੋਏਗਾ। ਦੋ ਲਾਈਨਸ ਨੇ ਇਸ ਤਰੀਕੇ ਨਾਲ
ਇੱਥੇ ਬਣੀਆਂ ਹੋਈਆਂ, ਇੱਕ ਆਹ ਲਾਈਨ ਹੈ, ਇੱਕ ਆ ਦੂਸਰੀ ਲਾਈਨ ਹੈ, ਆ L1 ਲਾਈਨ ਹੈ, ਆ L2 ਲਾਈਨ ਹੈ, L2 L1 L2 ਤੇ ਪਰਪੈਂਡੀਕੂਲਰ ਹੈ, ਯਾਨੀ L1 L2 ਨਾਲ 90 ਦਾ ਕੋਣ ਬਣਦਾ। ਕੀ L2 L1 90 ਨਾਲ ਨਹੀਂ ਬਣਾਉਂਦੀ, L2 ਵੀ ਤਾਂ L1 ਤੇ ਪਰਪੈਂਡੀਕੂਲਰ ਹੋਏਗੀ, ਤਾਂ ਇਹਦਾ ਉਲਟਾ ਵੀ ਪੋਸੀਬਲ ਹੈ। ਫਿਰ L1 ਇਜ਼ ਪਰਪੈਂਡੀਕੂਲਰ ਟੂ L2, ਤਾਂ ਕੀ ਹੋਏਗਾ L2 ਇਜ਼ ਪਰਪੈਂਡੀਕੂਲਰ ਟੂ L1, ਤਾਂ ਇਹਦਾ ਮਤਲਬ ਕੀ ਹੋਏਗਾ L2, L1 ਬਿਲੋਂਗਸ ਟੂ R। ਤਾਂ ਅਸੀਂ ਸ਼ੁਰੂ ਕਰਿਆ ਸੀ L1, M2 ਬਿਲੋਂਗਸ ਟੂ R, ਤੇ ਅਸੀਂ ਪ੍ਰੂਵ ਕੀ ਕਰਤਾ L2 ਬਿਲੋਂਗਸ ਟੂ L1, L2, L1 ਬਿਲੋਂਗਸ ਟੂ R। ਠੀਕ ਹੈ ਕਿ ਨਹੀਂ। ਤਾਂ ਇਹਦਾ ਮਤਲਬ ਕੀ ਹੋ ਗਿਆ, ਇਹ R ਕੀ ਹੈ, ਸਿਮੈਟ੍ਰਿਕ ਰਿਲੇਸ਼ਨ ਹੈ। ਆਓ ਇਸੇ ਤਰ੍ਹਾਂ ਸਾਡੇ ਕੋਲ ਇੱਕ ਫਾਈਨਾਈਟ ਸੈੱਟ ਆ। ਇਨਫਾਈਨਾਈਟ ਸੈੱਟ ਨੂੰ ਹਮੇਸ਼ਾ ਅਸੀਂ ਇਸ ਤਰੀਕੇ ਨਾਲ ਕਰਾਂਗੇ। ਆਹ ਇੰਪੋਰਟੈਂਟ ਚੀਜ਼ ਆਏਗਾ, ਸਾਡੇ ਕੰਮ ਆਊਗੀ। ਅਸੀਂ ਵਾਰੀ ਜਦੋਂ ਕਰਾਂਗੇ ਨਾ ਤੁਹਾਡੇ ਸਮਝ ਆ ਜਾਣੀ ਹੈ। ਹੁਣ ਤੁਹਾਨੂੰ ਸ਼ਾਇਦ ਕਿਉਂਕਿ ਨਵੀਂ ਤੁਹਾਡੇ ਲਈ ਗੱਲ ਹੈ, ਇਹ ਇੱਕ ਵਾਰੀ ਥੋੜੀ ਮੁਸ਼ਕਲ ਲੱਗਦੀ ਹੁੰਦੀ ਹੈ। ਆ ਜਿਹੜੇ ਫਾਈਨਾਈਟ ਸੈੱਟ ਆ ਉਹਨਾਂ ਦਾ ਤਾਂ ਸਿੱਧਾ ਹੀ ਕੰਮ ਹੁੰਦਾ, ਜਿਵੇਂ ਆਹ ਤੁਹਾਨੂੰ ਦੇਤਾ 1 2 3 4, ਸਾਨੂੰ ਪਤਾ ਇਹ 'ਚ 4 ਐਲੀਮੈਂਟ ਹੈ, 4 ਐਲੀਮੈਂਟਸ ਦਾ ਕਿੰਨਾ ਕੁ ਤੱਕ ਰਿਲੇਸ਼ਨ ਬਣਨਾ ਹੈ। ਇਹ 'ਚ ਟੋਟਲ 16 ਤਾਂ ਸਾਰੇ ਬਣਨੇ ਹੁੰਦੇ ਆ, 2 ਦੀ ਪਾਵਰ 4 16 ਰਿਲੇਸ਼ਨ ਬਣ ਸਕਦੇ ਵੱਧ ਤੋਂ ਵੱਧ। ਤਾਂ 16 ਰਿਲੇਸ਼ਨ ਤਾਂ ਅਸੀਂ ਬੜੇ ਈਜ਼ੀਲੀ ਵੈਸੇ ਹੀ ਲਿਖ ਸਕਦੇ ਹਾਂ। ਤਾਂ ਕੀ ਹੋਏਗਾ, ਲੈਟ R1 R2 ਦੋ ਸਾਨੂੰ ਰਿਲੇਸ਼ਨ ਅਸੀਂ ਡਿਫਾਈਨ ਕੀਤੇ A ਦੇ ਉੱਤੇ। ਪਹਿਲਾ ਰਿਲੇਸ਼ਨ ਕੀ ਹੋਏਗਾ, R ਇਕੁਅਲਸ ਟੂ 1 3, ਆ ਲੈ ਲਿਆ ਸੀ 1 4 3 1 2 2 4 1। ਇਹ ਸਿਮੈਟ੍ਰਿਕ ਰਿਲੇਸ਼ਨ ਹੈ। ਦੇਖੋ 1 3 ਹੈਗਾ ਤਾਂ ਇਹਦਾ ਉਲਟਾ 3 1 ਵੀ ਹੈਗਾ, 1 4 ਹੈਗਾ ਤਾਂ ਇਹਦਾ ਉਲਟਾ 4 1 ਵੀ ਹੈਗਾ, 2 2 ਦਾ ਉਲਟਾ 2 2 ਹੀ ਹੁੰਦਾ। ਇਹਨੂੰ ਤਾਂ ਇਹ ਆਪਦੇ ਆਪ ਦਾ ਹੀ ਉਲਟਾ ਹੈ, ਇਹਨੂੰ ਕਰਨ ਦੀ ਜ਼ਰੂਰਤ ਨਹੀਂ। ਇਹ ਕੀ ਹੋ ਗਿਆ ਫਿਰ, ਸਿਮੈਟ੍ਰਿਕ ਰਿਲੇਸ਼ਨ ਹੋ ਗਿਆ ਕਿ ਨਹੀਂ। ਹੁਣ ਇਹ 'ਚ ਦੇਖੋ 2 3 ਹੈ ਨਹੀਂ ਸੀਗਾ ਤਾਂ ਉਹਦਾ ਉਲਟਾ ਵੀ ਸਾਨੂੰ ਕਰਨ ਦੀ ਜ਼ਰੂਰਤ ਨਹੀਂ, ਉਸ ਚੀਜ਼ ਨੂੰ ਚੈੱਕ ਕਰਨ ਦੀ ਨਹੀਂ ਜ਼ਰੂਰਤ ਵੀ ਇਹ 'ਚ 2 3 ਹੈ ਨਹੀਂ। ਜੀ ਹੁਣ ਤੁਸੀਂ ਆਖੋ 2 3 ਹੈ ਨਹੀਂ, ਨਾ 3 2 ਹੈ। ਹੁਣ 2 3 ਜੇ ਹੈ ਨਹੀਂ ਤਾਂ ਉਹਦਾ ਉਲਟਾ ਹੋਣ ਦੀ ਨਾ ਹੋਣ ਦੀ ਕੋਈ ਗੱਲ ਨਹੀਂ। ਜਿਹੜੇ ਹੈਗੇ ਆ ਉਹਨਾਂ ਦਾ ਉਲਟਾ ਹੋਣਾ ਜ਼ਰੂਰੀ ਹੈ, ਜਿਹੜੇ ਹੈ ਨਹੀਂ ਗੇ ਬਸ ਠੀਕ ਹੈ, ਠੀਕ ਹੈ ਕਿ ਨਹੀਂ। ਐਸੇ ਤਰ੍ਹਾਂ ਆ ਹੈਗਾ 1 1 2 2 3 3 1 3। ਹੁਣ ਦੇਖੋ 1 1 ਦਾ ਤਾਂ ਉਲਟਾ 1 1 ਹੁੰਦਾ, 2 1 ਦਾ 2 2 ਦਾ ਉਲਟਾ 2 2 ਹੀ ਹੁੰਦਾ, 3 3 ਦਾ ਉਲਟਾ 3 3 ਹੁੰਦਾ, 1 3 ਦਾ ਉਲਟਾ 3 1 ਇਹਦੇ 'ਚ ਹੋਣਾ ਜ਼ਰੂਰੀ ਸੀਗਾ, ਉਹ ਹੈ ਨਹੀਂਗਾ। ਇਹਦਾ ਮਤਲਬ ਕੀ ਹੈ, ਇਹ ਸਿਮੈਟ੍ਰਿਕ ਰਿਲੇਸ਼ਨ ਨਹੀਂ ਹੈਗਾ। ਇੱਥੇ ਨਾਲ ਰੀਜ਼ਨਿੰਗ ਲਿਖੀ ਹੋਈ ਹੈ। ਸੋ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਏਗੀ ਸਿਮੈਟ੍ਰਿਕ ਰਿਲੇਸ਼ਨ ਬਾਰੇ, ਵੀ ਜਿਹੜੇ ਐਲੀਮੈਂਟਸ ਕਿਸੇ ਰਿਲੇਸ਼ਨ ਦੇ ਵਿੱਚ ਹੈਗੇ ਆ, ਉਹਨਾਂ ਦੇ ਉਲਟ ਐਲੀਮੈਂਟਸ ਵੀ ਉਹਦੇ ਵਿੱਚ ਹੋਣੇ ਚਾਹੀਦੇ ਆ, ਸਿੱਧੀ ਜਿਹੀ ਗੱਲ। ਅੱਗੇ ਆ ਗਿਆ ਟ੍ਰਾਂਜ਼ਿਟਿਵ ਰਿਲੇਸ਼ਨ, ਤੀਸਰਾ। let A be a relation, let A be a set, a relation R on A is said to be transitive relation if and only if ਸਾਡੇ ਕੋਲੇ ਇਹੋ ਜਿਹੇ ਦੋ ਐਲੀਮੈਂਟ ਹੋਣ, AB and BC belongs to R। AB ਦਾ ਮਤਲਬ A ਦਾ ਰਿਲੇਸ਼ਨ B ਨਾਲ ਹੈ, ਫਿਰ B ਦਾ ਅਗਾਂਹ ਕਿਸੇ ਹੋਰ C ਨਾਲ ਰਿਲੇਸ਼ਨ ਹੈ, ਤੇ ਜੇ ਇਦਾਂ ਦੀ ਗੱਲ ਹੈ ਤਾਂ A ਦਾ ਵੀ C ਨਾਲ ਰਿਲੇਸ਼ਨ ਬਣਨਾ ਚਾਹੀਦਾ। ਜੇ ਬਣ ਗਿਆ ਤਾਂ ਉਹ ਟ੍ਰਾਂਜ਼ਿਟਿਵ ਹੈ, ਜੇ ਨਹੀਂ ਬਣਿਆ ਤਾਂ ਟ੍ਰਾਂਜ਼ਿਟਿਵ ਨਹੀਂ ਹੈ। ਫॉर ਆਲ AB BC belongs to R, ਠੀਕ ਹੈ ਕਿ A ਦਾ B ਨਾਲ ਰਿਲੇਸ਼ਨ ਹੈ, B ਦਾ C ਨਾਲ ਰਿਲੇਸ਼ਨ ਹੈ, ਤਾਂ ਇਹਨਾਂ ਤੋਂ ਆਹ ਚੀਜ਼ ਵੀ ਹੋਣੀ ਚਾਹੀਦੀ ਹੈ ਨਾਲ, ਤਾਂ ਅਸੀਂ ਇਹਨੂੰ ਟ੍ਰਾਂਜ਼ਿਟਿਵ ਕਹਾਂਗੇ। ਤਾਂ ਇਹਨੂੰ ਚੈੱਕ ਕਿਵੇਂ ਕਰਾਂਗੇ, ਅਸੀਂ ਦੇਖਾਂਗੇ ਵੀ A ਦਾ B ਨਾਲ ਰਿਲੇਸ਼ਨ, ਹੁਣ ਦੇਖਾਂਗੇ B ਦਾ ਗਾਂ ਕਿਸੇ ਨਾਲ ਰਿਲੇਸ਼ਨ ਹੈਗਾ। ਜਿਵੇਂ ਹੁਣ ਇੱਥੇ ਦੇਖੀਏ ਆਪਾਂ 1 ਦਾ 3 ਨਾਲ ਰਿਲੇਸ਼ਨ ਹੈ, ਤਾਂ 3 ਦਾ ਗਾਂ ਕਿਹਦੇ ਨਾਲ ਰਿਲੇਸ਼ਨ ਹੈ, 3 ਦਾ 1 ਨਾਲ ਰਿਲੇਸ਼ਨ ਹੈ, ਤਾਂ 1 ਦਾ 1 ਨਾਲ ਰਿਲੇਸ਼ਨ ਵੀ ਹੋਣਾ ਚਾਹੀਦਾ ਸੀਗਾ ਇਹਦੇ 'ਚ, ਉਹ ਹੈ ਨਹੀਂ ਗਾ, ਹੈ ਨਾ। ਤਾਂ ਇਸ ਚੀਜ਼ ਦਾ ਅਸੀਂ ਦੇਖਣਾ। ਹੋਰ ਕੋਈ ਉੱਤੇ ਜਿਵੇਂ ਆਪਾਂ ਕਰਿਆ 1 ਦਾ 1 ਨਾਲ ਰਿਲੇਸ਼ਨ ਹੈ, ਗਾਂ 1 ਦਾ ਹੋਰ ਕਿਸੇ ਨਾਲ ਦੇਖੋ 1 ਦਾ 2 ਨਾਲ ਹੈ, ਠੀਕ ਹੈ ਕਿ, ਤਾਂ 1 ਦਾ 2 ਨਾਲ ਵੀ ਹੋਣਾ ਚਾਹੀਦਾ, 1 2 ਤਾਂ ਹੈਗਾ ਹੀ ਹੈ, ਠੀਕ ਹੈ ਕਿ। ਸੋ ਇਸ ਤਰੀਕੇ ਨਾਲ ਇਹ ਜਿਹੜੇ ਹੈਗੇ ਐਂ ਚੈੱਕ ਕਰਨੇ ਹੁੰਦੇ। ਆਪਾਂ ਹੁਣ ਅੱਗੇ ਦੇਖੋ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕਰਾਂਗੇ ਤਾਂ ਪਤਾ ਚੱਲੇਗਾ ਤੁਹਾਨੂੰ। ਤਾਂ ਇਹ ਇੱਕ ਸੈੱਟ ਲੈ ਲਿਆ ਸੀ ਐਗਜ਼ਾਮਪਲ ਦੇ ਵਿੱਚ 1 2 3 4, ਆਰ ਇੱਕ ਰਿਲੇਸ਼ਨ ਬਣਾ ਲਿਆ ਸੈੱਟ ਦੇ ਉੱਤੇ, ਕਿੱਦਾਂ ਦਾ 1 2 3 3 2 4 1 4। ਹੁਣ ਇਹਦੇ 'ਚ ਹੈਗਾ 1 2 ਤੇ 2 ਦਾ ਦੇਖੋ, ਹੁਣ 2 ਤੋਂ ਸ਼ੁਰੂ, 2 ਦਾ ਕਿਹਦੇ ਨਾਲ ਰਿਲੇਸ਼ਨ ਹੈ, 2 ਦਾ 4 ਨਾਲ ਰਿਲੇਸ਼ਨ ਹੈ, ਤਾਂ 1 ਦਾ 4 ਨਾਲ ਵੀ ਰਿਲੇਸ਼ਨ ਹੋਣਾ ਚਾਹੀਦਾ, ਕਿ ਉਹ ਹੈਗਾ। ਦੇਖੋ 1 4 ਇਹਦੇ ਵਿੱਚ ਹੈਗਾ, ਇਟ ਮੀਨਸ ਇਹ ਕੀ ਹੈ, ਟ੍ਰਾਂਜ਼ਿਟਿਵ ਹੈ। ਹੋਰ ਕੋਈ ਇਹ ਚਾਹੇ ਨਹੀਂ ਇਹੋ ਜਿਹਾ। ਦੇਖੋ ਆਹ 3 ਤੋਂ ਸ਼ੁਰੂ ਹੋ ਕੇ 3 ਤੇ ਖਤਮ ਹੁੰਦਾ, 3 ਨਾਲ ਸ਼ੁਰੂ ਹੋਣ ਵਾਲਾ ਹੋਰ ਕੋਈ ਨਹੀਂ ਹੈਗਾ। ਆਹ 2 ਤੋਂ ਸ਼ੁਰੂ ਹੋ ਕੇ 4 ਤੇ 2 ਦਾ 4 ਨਾਲ ਰਿਲੇਸ਼ਨ ਹੈ, 4 ਦਾ ਅਗਾਂਹ ਕਿਸੇ ਨਾਲ ਰਿਲੇਸ਼ਨ ਨਹੀਂ ਬਣਦਾ, ਉਹਨਾਂ ਨੂੰ ਚੈੱਕ ਕਰਨ ਦੀ ਨਹੀਂ ਜ਼ਰੂਰਤ। ਆਹ 1 ਦਾ 4 ਨਾਲ ਰਿਲੇਸ਼ਨ ਹੈ, 4 ਦਾ ਅਗਾਂਹ ਕਿਸੇ ਨਾਲ ਹੋਰ ਰਿਲੇਸ਼ਨ ਨਹੀਂ ਬਣ ਰਿਹਾ, ਸਿਰਫ ਆਹੀ ਚੈੱਕ ਕਰਨ ਦੀ ਲੋੜ ਸੀ। ਦੇਖੋ 1 ਦਾ 2 ਨਾਲ
ਤੇ 2 ਦਾ ਗਾਂ 4 ਨਾਲ ਰਿਲੇਸ਼ਨ ਸੀਗਾ, ਇਹਨਾਂ ਨੂੰ ਚੈੱਕ ਕਰਨ ਦੀ ਜ਼ਰੂਰਤ ਸੀਗੀ। ਤੇ ਗਾਂ ਇਹਦਾ ਮਤਲਬ 1 ਦਾ 4 ਨਾਲ ਰਿਲੇਸ਼ਨ ਹੋ ਚਾਹੀਦਾ ਹੈਗਾ ਸਾਡੇ ਕੋਲ, ਠੀਕ ਹੈ। ਅੱਗੇ ਦੇਖੋ ਇਸੇ ਤਰ੍ਹਾਂ ਦੂਸਰੀ ਇੱਕ ਹੋਰ ਹੈ ਸਾਡੇ ਕੋਲ, ਲੈਟ ਆਰ ਬੀ ਅ ਰਿਲੇਸ਼ਨ ਔਨ ਸੈਟ ਐਨ, ਨੈਚੁਰਲ ਨੰਬਰ ਦਾ ਸੈੱਟ ਹੈ। ਕਿੱਦਾਂ ਦਾ ਇਹ, ਏ ਬੀ, ਏ ਡਿਵਾਈਡਸ ਬੀ, ਏ ਦਾ ਬੀ ਤੇ ਭਾਗ ਜਾਂਦਾ ਹੈ। ਇਸ ਤਰ੍ਹਾਂ ਦੇ ਦੋ ਇਹ ਹੈਗੇ ਸਾਡੇ ਕੋਲ। ਏ ਬੀ ਕਿੱਦਾਂ ਦੇ ਨੇ, ਏ ਦਾ ਬੀ ਤੇ ਭਾਗ ਜਾਂਦਾ ਹੈ, ਯਾਨੀ ਬੀ ਏ ਦਾ ਮਲਟੀਪਲ ਹੈ। ਇੱਥੇ ਥੋੜਾ ਜਿਹਾ ਖਿਆਲ ਰੱਖਣਾ, ਏ ਡਿਵਾਈਡਸ ਬੀ, ਇਹਨੂੰ ਅਸੀਂ ਇਸ ਤਰ੍ਹਾਂ ਲਿਖਦੇ ਏ ਡਿਵਾਈਡਸ ਬੀ, ਇਹਦਾ ਮਤਲਬ ਏ ਦਾ ਬੀ ਤੇ ਭਾਗ ਜਾਂਦਾ, ਜਾਂ ਇਹਦਾ ਉਲਟਾ ਕੀ ਸਮਝਿਆ ਜਾ ਸਕਦਾ ਹੈ, ਬੀ ਇਜ਼ ਮਲਟੀਪਲ ਆਫ ਏ, ਮਲਟੀਪਲ ਆਫ ਏ। ਯਾਨੀ ਕਹਿਣ ਦਾ ਭਾਵ ਜਿਵੇਂ ਆਪਾਂ ਕਹਿ ਲਈਏ ਵੀ 2 ਹੈ ਜਿਹੜਾ ਉਹ 8 ਨੂੰ ਵੰਡਦਾ ਹੈ, ਠੀਕ ਹੈ ਨਾ, 2 ਡਿਵਾਈਡਸ 8, ਇਹਦਾ ਮਤਲਬ ਕੀ ਹੈ, 8 2 ਦਾ ਕੀ ਹੈ, ਮਲਟੀਪਲ ਹੈ। 8 ਕੀ ਹੈ, 2 ਦਾ ਮਲਟੀਪਲ। ਕਿਵੇਂ, 8 ਨੂੰ ਅਸੀਂ 4 ਗੁਣਾ 2 ਲਿਖ ਸਕਦੇ ਹਾਂ, ਤਾਂ 2 ਦਾ ਮਲਟੀਪਲ ਹੋ ਗਿਆ ਕਿ ਨਹੀਂ। ਤਾਂ ਇਸ ਤਰੀਕੇ ਨਾਲ ਇਹ ਥੋੜਾ ਜਿਹਾ ਮਲਟੀਪਲ ਤੇ ਡਿਵਾਈਡ ਵਾਲੇ ਥੋੜਾ ਜਿਹਾ ਇੱਕ ਦੂਜੇ ਨਾਲ ਖਿਆਲ ਰੱਖਣਾ। ਇੱਕ ਚੀਜ਼ ਹੁੰਦੀ ਹੈ ਡਿਵੀਜ਼ੀਬਲ, ਜੇ a ਡਿਵਾਈਡਸ b ਹੈ, ਇਹਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, b ਇਜ਼ ਡਿਵੀਜ਼ੀਬਲ ਬਾਏ a। ਤਾਂ ਇਹ ਦੋ ਤਿੰਨ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ। ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਸੀ ਇਸੇ ਚੀਜ਼ ਨੂੰ ਵੀ a ਡਿਵਾਈਡਸ b, ਦੂਸਰਾ ਇਹ ਵੀ ਲਿਖਿਆ ਜਾ ਸਕਦਾ ਸੀ b ਇਜ਼ ਡਿਵੀਜ਼ੀਬਲ ਬਾਏ a, ਤੀਸਰੀ ਗੱਲ ਆ ਵੀ ਲਿਖੀ ਜਾ ਸਕਦੀ ਸੀ b ਇਜ਼ ਮਲਟੀਪਲ ਆਫ a। ਇਹ ਸਾਰੇ ਇੱਕ ਦੂਜੇ ਨਾਲ ਇੱਕੋ ਹੀ ਗੱਲ ਹੈ ਸਭ ਦੀ। ਸੋ ਇਸ ਚੀਜ਼ ਦਾ ਖਿਆਲ ਰੱਖਣਾ ਹੁੰਦਾ ਕਿ ਕੀ ਲਫ਼ਜ਼ ਵਰਤੇ ਗਏ ਨੇ ਤੇ ਉਹਦਾ ਕੀ ਮਤਲਬ ਹੈ, ਠੀਕ ਹੈ। ਤਾਂ ਇਹਦੇ 'ਚ ਕੀ ਸੀਗਾ ਸਾਡੇ ਕੋਲੇ, ਏ ਬੀ ਸੀ, ਅਸੀਂ 3 ਨੈਚੁਰਲ ਨੰਬਰ ਲੈ ਲਏ ਕਿਉਂਕਿ ਨੈਚੁਰਲ ਨੰਬਰ ਦੇ ਸੈੱਟ ਦੇ ਉੱਤੇ ਰਿਲੇਸ਼ਨ ਬਣਿਆ ਹੋਇਆ। ਕਿੱਦਾਂ ਦੇ ਨੇ ਇਹ ਤਿੰਨੇ, ਵੀ ਏ ਦਾ ਬੀ ਨਾਲ ਰਿਲੇਸ਼ਨ ਹੈ, ਬੀ ਦਾ ਸੀ ਨਾਲ ਰਿਲੇਸ਼ਨ ਹੈ। ਇਹਦਾ ਮਤਲਬ ਏ ਬੀ ਨੂੰ ਵੰਡਦਾ ਹੈ ਤੇ ਬੀ ਹੈ ਜਿਹੜਾ ਸੀ ਨੂੰ ਵੰਡਦਾ ਹੈ, ਯਾਨੀ ਸੀ ਹੈ ਜਿਹੜਾ ਉਹ ਬੀ ਦਾ ਮਲਟੀਪਲ ਹੈ ਤੇ ਬੀ ਹੈ ਜਿਹੜਾ ਏ ਦਾ ਮਲਟੀਪਲ ਹੈ, ਠੀਕ ਹੈ ਕਿ ਨਹੀਂ। ਤਾਂ ਏ ਬੀ ਬੀ ਸੀ ਬਿਲੋਂਗਸ ਟੂ ਆਰ, ਤਾਂ ਇਹਦਾ ਮਤਲਬ ਕੀ ਹੈ, ਏ ਡਿਵਾਈਡਸ ਬੀ ਐਂਡ ਬੀ ਡਿਵਾਈਡਸ ਸੀ। ਤੇ ਅਸੀਂ ਇੱਥੇ ਯੂਜ਼ ਕੀ ਕਰਾਂਗੇ, ਪ੍ਰੋਪਰਟੀ ਮਲਟੀਪਲ ਵਾਲੀ ਯੂਜ਼ ਕਰਾਂਗੇ, ਕਿਉਂਕਿ ਏ ਬੀ ਨੂੰ ਡਿਵਾਈਡ ਕਰਦਾ ਹੈ। ਇਹਦਾ ਮਤਲਬ ਬੀ ਕੀ ਹੈ, ਏ ਦਾ ਮਲਟੀਪਲ ਹੈ। ਅਸੀਂ ਬੀ ਨੂੰ ਕੀ ਲਿਖ ਸਕਦੇ ਹਾਂ, ਫਿਰ ਬੀ ਇਕੁਅਲਸ ਟੂ ਐਮ ਏ ਲਿਖ ਸਕਦੇ, ਯਾਨੀ ਐਮ ਦੇ ਨਾਲ ਕੋਈ ਏ ਦੇ ਨਾਲ ਕੋਈ ਮਲਟੀਪਲਾਈ ਪਾ ਕੇ ਚੀਜ਼ ਲਿਖ ਸਕਦੇ। ਜਿਵੇਂ ਆ ਅਸੀਂ ਲਿਖਿਆ ਸੀਗਾ 8 2 ਦਾ ਮਲਟੀਪਲ ਸੀ, ਤਾਂ ਅਸੀਂ ਕੀ ਲਿਖ ਲਿਆ ਸੀ, 8 ਨੂੰ 2 ਦੀ ਫਾਰਮ 'ਚ, 2 ਦਾ 4 ਨਾਲ ਮਲਟੀਪਲੀਕੇਸ਼ਨ। ਹੁਣ ਕਿਉਂਕਿ b ਹੈ ਜਿਹੜਾ a ਦਾ ਮਲਟੀਪਲ ਹੈ, ਤਾਂ b ਇਕੁਅਲਸ ਟੂ ਅਸੀਂ ਐਮ ਏ ਲਿਖ ਸਕਦੇ ਹਾਂ। ਐਮ ਕੋਈ ਇੱਥੇ ਨੈਚੁਰਲ ਨੰਬਰ ਆਏਗਾ, ਜਿਵੇਂ ਇੱਥੇ ਨੈਚੁਰਲ ਨੰਬਰ 4 ਆ ਗਿਆ ਸੀ। ਇਸੇ ਤਰ੍ਹਾਂ c ਇਕੁਅਲਸ ਟੂ ਐਨ ਬੀ ਲਿਖਿਆ ਜਾ ਸਕਦਾ, ਕਿਉਂਕਿ ਜਿਹੜਾ b ਹੈ ਉਹ c ਨੂੰ ਡਿਵਾਈਡ ਕਰਦਾ ਤੇ c ਹੈ ਜਿਹੜਾ b ਦਾ ਮਲਟੀਪਲ ਹੈ, ਤਾਂ ਮਲਟੀਪਲ ਦੀ ਫਾਰਮ 'ਚ ਲਿਖ ਲਿਆ ਸੀ, ਫॉर ਸਮ ਐਮ ਐਨ ਬਿਲੋਂਗਸ ਟੂ ਐਨ, ਠੀਕ ਹੈ। ਹੁਣ ਕੀ ਹੈ, c ਇਕੁਅਲਸ ਟੂ ਐਨ ਬੀ ਤੇ b ਦੀ ਥਾਂ ਤੇ ਅਸੀਂ b ਦੀ ਵੈਲਿਊ ਭਰਤੀ ਐਮ ਏ, ਤਾਂ ਇਹ ਕੀ ਬਣ ਗਿਆ, ਐਮ ਐਨ ਏ ਬਣ ਗਿਆ। ਐਮ ਐਨ ਨੂੰ ਅਸੀਂ ਇਕੱਠਾ ਕਰ ਲਿਆ, ਇਹ ਸਾਰੇ ਨੈਚੁਰਲ ਨੰਬਰ ਨੇ, ਐਮ ਵੀ ਨੈਚੁਰਲ ਨੰਬਰ, ਐਨ ਵੀ ਨੈਚੁਰਲ, ਏ ਵੀ ਨੈਚੁਰਲ ਨੰਬਰ ਹੈ, ਠੀਕ ਹੈ ਕਿ ਨਹੀਂ। ਤਾਂ ਹੁਣ ਇਹ ਸੀ ਕੀ ਹੋ ਗਿਆ, ਏ ਦਾ ਕੁਝ ਮਲਟੀਪਲ ਹੋ ਗਿਆ ਕਿ ਨਹੀਂ, ਤਾਂ ਅਸੀਂ ਲਿਖ ਸਕਦੇ ਹਾਂ ਫਿਰ ਏ ਡਿਵਾਈਡਸ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਸਮਝਾ ਦੇਣਾ ਵੀ, ਜਿਵੇਂ ਆਪਾਂ ਕਹੀਏ ਵੀ 2 ਹੈ ਜਿਹੜਾ ਉਹ 2 ਹੈ ਜਿਹੜਾ 8 ਨੂੰ ਡਿਵਾਈਡ ਕਰਦਾ ਹੈ, 8 ਹੈ ਜਿਹੜਾ ਗਾਂ 16 ਨੂੰ ਡਿਵਾਈਡ ਕਰਦਾ ਹੈ। ਤਾਂ ਅਸੀਂ ਲਿਖ ਸਕਦੇ ਸੀ 2 ਨੂੰ 4 ਇੰਟੂ 8 ਨੂੰ ਲਿਖ ਸਕਦੇ ਸੀ 4 ਇੰਟੂ 2, ਤੇ 16 ਨੂੰ ਕੀ ਲਿਖ ਸਕਦੇ ਸੀਗੇ, 2 ਇੰਟੂ 8 ਲਿਖ ਸਕਦੇ ਸੀ। 8 ਦੀ ਥਾਂ ਤੇ ਵੈਲਿਊ ਪੁੱਟ ਕਰਤੀ ਅਸੀਂ, ਉਹੀ ਜਿਹੜੀ ਉੱਪਰ ਹੈਗੀ ਆ 4 ਇੰਟੂ 2, ਤਾਂ ਇਹ ਕੀ ਬਣ ਗਿਆ, ਆ 4 8 ਬਣ ਗਿਆ ਬਾਹਰ, ਇਹ ਹੋ ਗਿਆ 8 ਗੁਣਾ 2, ਯਾਨੀ 16 ਕੀ ਹੋ ਗਿਆ, 2 ਦਾ ਮਲਟੀਪਲ ਹੋ ਗਿਆ ਕਿ ਨਹੀਂ। ਆ ਸੀਗਾ 8 2 ਦਾ ਮਲਟੀਪਲ ਸੀਗਾ, ਫਿਰ 16 8 ਦਾ ਮਲਟੀਪਲ ਸੀ, ਤਾਂ 2 ਕੀ ਹੋ ਗਿਆ, 8 16 ਕੀ ਹੋ ਗਿਆ, 2 ਦਾ ਮਲਟੀਪਲ ਹੋ ਗਿਆ। ਤਾਂ ਆਹ ਚੀਜ਼ ਇੱਥੇ ਅਸੀਂ ਲਿਖੀ ਹੋਈ ਹੈ, ਇਹਨੂੰ ਅਸੀਂ ਸਿੱਧਾ ਲਿਖਿਆ ਹੋਇਆ ਹੈ, ਮਤਲਬ ਜਨਰਲ ਫਾਰਮ ਲਿਖੀ ਹੈ। ਇੱਥੇ ਅਸੀਂ ਆ ਪਰਟੀਕੂਲਰ ਫਾਰਮ ਲੈ ਲਈ, ਇੱਕ ਐਗਜ਼ਾਮਪਲ ਲੈ ਲਈ ਸਮਝਣ ਵਾਸਤੇ, ਜਦਕਿ ਇਹ ਚੀਜ਼ ਸਾਰਿਆਂ ਤੇ ਅਪਲਾਈ ਹੋ ਜਾਏਗੀ ਇਸ ਤਰ੍ਹਾਂ। ਇਹਦਾ ਮਤਲਬ ਕੀ ਹੈ, ਏ ਡਿਵਾਈਡਸ ਸੀ, ਇਹਦਾ ਮਤਲਬ ਏ ਸੀ ਕੀ ਹੋ ਜਾਏਗਾ, ਬਿਲੋਂਗਸ ਟੂ ਆਰ, ਕਿਉਂਕਿ ਏ ਸੀ ਨੂੰ ਡਿਵਾਈਡ ਕਰਦਾ ਤਾਂ ਏ ਸੀ ਜਿਹੜਾ ਹੋਗਾ ਆਰ ਨੂੰ ਰਿਲੇਟ ਕਰੇਗਾ, ਏ ਆਰ ਨੂੰ ਬਿਲੋਂਗ ਕਰੇਗਾ, ਤਾਂ ਆਰ ਕੀ ਹੋ ਗਿਆ ਫਿਰ ਟ੍ਰਾਂਜ਼ਿਟਿਵ। ਇਹਦੇ 'ਚ ਹਮੇਸ਼ਾ ਹੀ ਅਸੀਂ ਇਸ ਤਰ੍ਹਾਂ ਹੀ ਪ੍ਰੂਵ ਕਰਾਂਗੇ, ਜਦੋਂ ਵੀ ਸਾਡੇ ਕੋਲ ਇਸ ਤਰ੍ਹਾਂ ਇਨਫਾਈਨਾਈਟ ਸੈੱਟ ਆਏਗਾ ਤਾਂ ਅਸੀਂ ਕੀ ਕਰਾਂਗੇ, 2 ਇੱਦਾਂ ਦੇ ਐਲੀਮੈਂਟ ਲੈ ਲਾਂਗੇ ਤੇ ਪ੍ਰੂਵ ਕਰਾਂਗੇ ਵੀ ਏ ਦਾ ਸੀ ਨਾਲ ਰਿਲੇਸ਼ਨ ਹੈਗਾ। ਅਸੀਂ ਪ੍ਰੂਫ ਲੈ ਕੇ ਕੀ ਚੱਲੇ ਸੀ, ਏ ਦਾ ਬੀ ਨਾਲ ਰਿਲੇਸ਼ਨ ਹੈ, ਬੀ ਦਾ ਸੀ ਨਾਲ ਰਿਲੇਸ਼ਨ ਹੈ,
ਤੇ ਅਸੀਂ ਪ੍ਰੂਵ ਕਰਨਾ ਚਾਹੁੰਦੇ ਆ A ਦਾ C ਨਾਲ ਰਿਲੇਸ਼ਨ ਹੈ। ਜੇ ਅਸੀਂ ਇਹ ਚੀਜ਼ ਕਰਨ 'ਚ ਸਫਲ ਹੋ ਜਾਈਏ, ਆਹ ਵਿਚਾਲੜੀ ਜਿਹੜੀ ਕਾਰਵਾਈ ਹੈ ਇਹ ਬਦਲਦੀ ਰਹੂਗੀ। ਸ਼ੁਰੂ ਇਸ ਤਰ੍ਹਾਂ ਹੀ ਹੋਏਗਾ ਹਰ ਵਾਰੀ, ਅੰਤ ਵੀ ਇਹਦਾ ਇਸੇ ਤਰ੍ਹਾਂ ਹੀ ਹੋਏਗਾ। ਜਦੋਂ ਵੀ ਸਾਨੂੰ ਟ੍ਰਾਂਜ਼ਿਟਿਵ ਪ੍ਰੂਵ ਕਰਨ ਨੂੰ ਕਿਹਾ ਜਾਊਗਾ, ਹਮੇਸ਼ਾ ਅਸੀਂ ਐਸੇ ਤਰੀਕੇ ਨਾਲ ਇਹਨੂੰ ਸ਼ੁਰੂ ਕਰਾਂਗੇ। ਆ ਵਿਚਾਲੇ ਇਹਦੀ ਡੈਫੀਨੇਸ਼ਨ ਦੇ ਅਕੋਰਡਿੰਗਲੀ ਚੇਂਜ ਹੁੰਦੀ ਜਾਏਗੀ। ਕਿਤੇ ਇੱਥੇ ਡਿਵੀਜ਼ੀਬਲ ਦਿੱਤਾ ਹੈ, ਕਿਤੇ ਕੋਈ ਹੋਰ ਡੈਫੀਨੇਸ਼ਨ ਦਿੱਤੀ ਹੈ, ਅਸੀਂ ਉਹ ਜਿਹੜੀ ਵੀ ਡੈਫੀਨੇਸ਼ਨ ਦਿੱਤੀ ਹੈ ਉਹ ਅਪਲਾਈ ਕਰਕੇ ਇਹਨੂੰ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੇ ਇਹ ਦੋਨੇ ਇਹਦੇ 'ਚ ਹੈਗੇ ਆ ਤਾਂ ਆ ਵੀ ਇਹਦੇ ਵਿੱਚ ਹੋਏਗਾ ਹੀ ਹੋਏਗਾ। ਔਰ ਜੇ ਨਹੀਂ ਹੈਗਾ ਇਹ ਇਸ ਤਰ੍ਹਾਂ, ਤੁਹਾਨੂੰ ਪਹਿਲਾਂ ਹੀ ਪਤਾ ਵੀ ਨਹੀਂ ਹੈਗਾ, ਇਸ ਤਰ੍ਹਾਂ ਪੋਸੀਬਲ ਨਹੀਂ ਹੈਗਾ। ਜੇ ਇਸ ਤਰ੍ਹਾਂ ਪੋਸੀਬਲ ਨਹੀਂ ਤਾਂ ਫਿਰ ਅਸੀਂ ਇੱਕ ਐਗਜ਼ਾਮਪਲ ਦੇ ਦਿਆਂਗੇ ਸਿਰਫ ਵੀ ਆਹ ਦੇਖੋ ਆਹ ਦੋ ਐਲੀਮੈਂਟਸ ਇਹਦੇ 'ਚ ਹੈਗੇ ਆ, ਪਰ A ਦਾ C ਨਾਲ ਰਿਲੇਸ਼ਨ ਨਹੀਂ ਬਣਦਾ। ਉਹ ਆਪਾਂ ਅੱਗੇ ਆਉਣਗੇ ਜਿਵੇਂ ਜਿਵੇਂ ਸਵਾਲ ਉਦੋਂ ਡਿਸਕਸ ਕਰੀ ਚੱਲਾਂਗੇ। ਹਾਲ ਦੀ ਘੜੀ ਸਿਰਫ ਤੁਹਾਨੂੰ ਦੱਸਣਾ ਹੀ ਸੀਗਾ, ਇਹਦੀ ਬੇਸਿਕ ਆਈਡੀਆ ਦੇਣਾ ਸੀਗਾ। ਇੱਕ ਗੱਲ ਇਹ 'ਚ ਖਿਆਲ ਰੱਖਣੀ ਹੈ, ਉਹ ਕੀ ਹੈ ਗੱਲ ਬਈ ਆਪਾਂ ਨੂੰ ਕੋਈ ਰਿਲੇਸ਼ਨ ਦਿੱਤਾ ਹੈ ਇੱਦਾਂ ਕਰਕੇ, ਪਹਿਲਾਂ ਤਾਂ R ਲੈ ਲਓ, R A ਇਕੁਅਲ ਟੂ ਲੈ ਲਓ 1 2 3 ਸੇ, ਹੈ ਨਾ। R ਸਾਨੂੰ ਕੋਈ ਦਿੱਤਾ ਹੋਇਆ ਹੈ 1 2 ਹੈ ਨਾ, ਤੇ 1 3 ਵੀ ਦੇਤਾ ਹੈ। ਹੁਣ ਤੁਹਾਨੂੰ ਪੁੱਛਿਆ ਜਾਵੇ ਕੀ ਇਹ ਰਿਲੇਸ਼ਨ ਜਿਹੜਾ ਹੈਗਾ ਟ੍ਰਾਂਜ਼ਿਟਿਵ ਹੈਗਾ ਕਿ ਨਹੀਂ। ਇਹ ਰਿਲੇਸ਼ਨ ਤੁਹਾਨੂੰ ਤੁਸੀਂ ਕਹੋਗੇ ਵੀ ਹੈ ਨਹੀਂਗਾ, ਪਰ ਮੈਂ ਇਹ ਕਹਿਣਾ ਵੀ ਇਹ ਰਿਲੇਸ਼ਨ ਟ੍ਰਾਂਜ਼ਿਟਿਵ ਹੈਗਾ। ਕਿਉਂ ਹੈਗਾ? ਕਿਉਂਕਿ 1 ਦਾ 2 ਨਾਲ ਰਿਲੇਸ਼ਨ ਹੈ, ਅੱਗੇ 2 ਦਾ ਕਿਸੇ ਨਾਲ ਰਿਲੇਸ਼ਨ ਹੀ ਹੈ ਨਹੀਂਗਾ। ਐਸੇ ਤਰ੍ਹਾਂ 1 ਦਾ 3 ਨਾਲ ਰਿਲੇਸ਼ਨ ਹੈ, 3 ਦਾ ਅਗਾਂਹ ਕਿਸੇ ਹੋਰ ਨਾਲ ਰਿਲੇਸ਼ਨ ਹੀ ਹੈ ਨਹੀਂਗਾ। ਜੇ ਇਸ ਤਰ੍ਹਾਂ ਦੀ ਸਥਿਤੀ ਬਣ ਜੇ ਵੀ ਇਹੋ ਜਿਹੇ ਦੋ ਸਾਨੂੰ ਐਲੀਮੈਂਟ ਹੀ ਨਾ ਥਿਆਉਣ ਵੀ A ਦਾ B ਨਾਲ ਰਿਲੇਸ਼ਨ ਹੈ, B ਦਾ ਅਗਾਂਹ ਕਿਸੇ ਨਾਲ ਰਿਲੇਸ਼ਨ ਹੀ ਹੈ ਨਹੀਂਗਾ, ਤਾਂ ਉਹ ਵੀ ਟ੍ਰਾਂਜ਼ਿਟਿਵ ਹੁੰਦਾ ਹੈ। ਠੀਕ ਹੈ ਕਿ ਨਹੀਂ? ਇਹ ਅੱਗੇ ਇਸ ਤਰ੍ਹਾਂ ਦੇ ਸਵਾਲ ਆਉਣਗੇ ਜਿਹਦੇ 'ਚ ਇਦਾਂ ਦੀ ਸਥਿਤੀ ਬਣੇਗੀ ਵੀ A ਦਾ B ਨਾਲ ਰਿਲੇਸ਼ਨ ਹੈ, ਫਿਰ B ਦਾ ਅਗਾਂਹ ਕਿਸੇ ਨਾਲ ਰਿਲੇਸ਼ਨ ਹੀ ਹੈ ਨਹੀਂਗਾ, ਤਾਂ ਉਹ ਵਾਲਾ ਜਿਹੜਾ ਫੰਕਸ਼ਨ ਹੋਏਗਾ ਉਹ ਟ੍ਰਾਂਜ਼ਿਟਿਵ, ਉਹ ਰਿਲੇਸ਼ਨ ਹੋਏਗਾ ਉਹ ਟ੍ਰਾਂਜ਼ਿਟਿਵ ਹੀ ਹੋਏਗਾ। ਉਹ 'ਚ ਅਸੀਂ ਇਹ ਨਹੀਂ ਕਹਾਂਗੇ ਵੀ ਟ੍ਰਾਂਜ਼ਿਟਿਵ ਨਹੀਂ ਹੈਗਾ, ਕਿਉਂਕਿ ਉਹ 'ਚ ਅਗਾਂਹ ਵਾਲੀ ਗੱਲ ਹੀ ਹੈ ਨਹੀਂ। A ਦਾ B ਨਾਲ ਰਿਲੇਸ਼ਨ ਹੈ, B ਦਾ ਅਗਾਂਹ ਕਿਸੇ ਨਾਲ ਰਿਲੇਸ਼ਨ ਹੀ ਹੈ, ਤਾਂ ਗੱਲ ਖਤਮ ਹੋ ਗਈ, ਝਗੜਾ ਪਾਰ। ਤਾਂ ਉਸ ਨੂੰ ਅਸੀਂ ਟ੍ਰਾਂਜ਼ਿਟਿਵ ਹੀ ਮੰਨਾਂਗੇ। ਤਾਂ ਮੇਰੇ ਹਿਸਾਬ ਨਾਲ ਅੱਜ ਆਪਾਂ ਇੰਨਾ ਕੁ ਕਰੀਏ, ਕਿਉਂਕਿ ਇਹਦੇ ਬਾਰੇ ਤੁਸੀਂ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ, ਕੱਲ੍ਹ ਨੂੰ ਇਹਨਾਂ ਨੂੰ ਅਪਲਾਈ ਕਰਨਾ ਅਸੀਂ ਸਿੱਖਾਂਗੇ। ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕਰਾਂਗੇ ਜਿਹਦੇ 'ਚ ਅਸੀਂ ਆਹ ਚੀਜ਼ ਦਿਖਾਉਣੀ ਹੋਏਗੀ ਵੀ ਇਹ ਰਿਲੇਸ਼ਨ ਜਿਹੜਾ ਰਿਫਲੈਕਸਿਵ ਹੈਗਾ ਕਿ ਨਹੀਂ, ਸਿਮੈਟ੍ਰਿਕ ਹੈਗਾ ਕਿ ਨਹੀਂ, ਟ੍ਰਾਂਜ਼ਿਟਿਵ ਹੈਗਾ ਕਿ ਨਹੀਂ। ਠੀਕ ਹੈ ਕਿ ਨਹੀਂ? ਸਾਰੇ ਹੀ ਰਿਲੇਸ਼ਨ ਦਾ ਜਿਹੜਾ ਦਾਰੋਮਦਾਰ ਹੈ ਉਹ ਇਹਨਾਂ ਤਿੰਨ ਚੀਜ਼ਾਂ 'ਤੇ ਡਿਪੈਂਡ ਵਾਲਾ ਕਰਦਾ ਹੈ। ਉੱਪਰ ਜਿਹੜੀਆਂ 2-3 ਟਾਈਪਸ ਅਸੀਂ ਕੀਤੀਆਂ ਸੀਗੀਆਂ ਉਹ ਵੀ ਸਾਨੂੰ ਪੜ੍ਹ ਲੈਣੀਆਂ ਚਾਹੀਦੀਆਂ। ਉਹਨਾਂ ਦੀਆਂ ਡੈਫੀਨੇਸ਼ਨਸ 1 ਮਾਰਕ ਵਾਲੇ ਕੁਐਸਚਨ ਦੇ ਵਿੱਚ ਕੰਮ ਆਉਂਦੀਆਂ ਨੇ। ਕਿਤੇ 1 ਮਾਰਕ ਦਾ ਕੋਈ ਕੁਐਸਚਨ ਇਹਦੇ ਨਾਲ ਰਿਲੇਟਡ ਪੁੱਛਿਆ ਜਾ ਸਕਦਾ, ਪਰ ਜਿਹੜੇ ਮੇਨ ਇਹਦੇ ਵਿੱਚ ਕੁਐਸਚਨ ਆਉਂਦੇ ਆ ਉਹ ਇਸੇ ਦੇ ਨਾਲ ਰਿਲੇਟਡ ਆਉਂਦੇ ਆ, ਰਿਫਲੈਕਸਿਵ, ਸਿਮੈਟ੍ਰਿਕ ਤੇ ਟ੍ਰਾਂਜ਼ਿਟਿਵ ਅਸੀਂ ਪ੍ਰੂਵ ਕਰਨੇ ਆ। ਤਾਂ ਉਹਦੇ 'ਚ ਅੱਜ ਅਸੀਂ ਡਿਟੇਲ 'ਚ ਇਸ ਗੱਲ ਨੂੰ ਅਸੀਂ ਡਿਸਕਸ ਕੀਤਾ। ਨਾ ਪਤਾ ਚੱਲੇ ਇਸ ਵੀਡੀਓ ਨੂੰ ਦੁਬਾਰਾ ਚਲਾ ਕੇ ਚੰਗੀ ਤਰ੍ਹਾਂ ਫਿਰ ਦੇਖ ਲਿਓ, ਫਿਰ ਵੀ ਨਾ ਪਤਾ ਚੱਲੇ ਕੱਲ੍ਹ ਨੂੰ ਮੈਥੋਂ ਪੁੱਛ ਲਿਓ, ਨਹੀਂ ਤਾਂ ਫਿਰ ਆਪਾਂ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕੱਲ੍ਹ ਨੂੰ ਸ਼ੁਰੂ ਕਰਾਂਗੇ ਤੇ ਉੱਤੇ ਤੁਹਾਨੂੰ ਗੱਲ ਹੋਰ ਜ਼ਿਆਦਾ ਕਲੀਅਰ ਹੋ ਜਾਏਗੀ। ਕੋਈ ਬਾਈ ਚਾਂਸ ਮਾੜੀ ਮੋਟੀ ਮਿਸਟੇਕ ਜਿਹੜੀ ਨਹੀਂ ਅੱਜ ਪਤਾ ਚੱਲੇਗੀ, ਉਹ ਕੱਲ੍ਹ ਨੂੰ ਜਦੋਂ ਆਪਾਂ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕਰਾਂਗੇ ਤਾਂ ਸਮਝ ਆ ਜਾਏਗੀ। ਸੋ ਅੱਜ ਦਾ ਟੌਪਿਕ ਅਸੀਂ ਇੱਥੇ ਸਮਾਪਤ ਕਰਾਂਗੇ।